ਹਾਲੇਲੂਇਆ। ਖੁਦਾਵੰਦ ਦੇ ਪਵਿੱਤਰ ਨਾਮ ਦੀ ਤਾਰੀਫ ਹੋਵੇ। ਆਓ ਅਸੀਂ ਕੱਢਾਂਗੇ ਮੱਤੀ 7:21 ਪੜਾਂਗੇ। ਮੱਤੀ 7:21। ਸੋ ਤੁਸੀਂ ਉਹਨਾਂ ਦੇ ਫਲਾਂ ਤੋਂ ਉਹਨਾਂ ਨੂੰ ਪਛਾਣੋਗੇ, ਨਾ ਹਰੇਕ ਜਿਹੜਾ ਮੈਨੂੰ ਪ੍ਰਭੂ ਪ੍ਰਭੂ ਕਹਿੰਦਾ ਹੈ ਸਵਰਗ ਦੇ ਰਾਜ ਵਿੱਚ ਵੜੇਗਾ, ਬਲਕਿ ਉਹ ਜੋ ਮੇਰੇ ਸਵਰਗੀ ਪਿਤਾ ਦੀ ਮਰਜ਼ੀ ਉੱਤੇ ਚੱਲਦਾ ਹੈ। ਉਸ ਦਿਨ ਅਨੇਕ ਮੈਨੂੰ ਆਖਣਗੇ, हे ਪ੍ਰਭੂ, ਕੀ ਅਸਾਂ ਤੇਰਾ ਨਾਂ ਲੈ ਕੇ ਅਗੰਮਵਾਕ ਨਹੀਂ ਕੀਤਾ, ਤੇਰਾ ਨਾਂ ਲੈ ਕੇ ਭੂਤ ਨਹੀਂ ਕੱਢੇ ਅਤੇ ਤੇਰਾ ਨਾਂ ਲੈ ਕੇ ਬਹੁਤੀਆਂ ਕਰਾਮਾਤਾਂ ਨਹੀਂ ਕੀਤੀਆਂ? ਤਦ ਮੈਂ ਉਹਨਾਂ ਨੂੰ ਸਾਫ਼ ਆਖਾਂਗਾ, ਭਾਈ ਮੈਂ ਤੁਹਾਨੂੰ ਕਦੇ ਵੀ ਨਹੀਂ ਜਾਣਿਆ। हे ਬੁਰਿਆਰੋ, ਮੇਰੇ ਕੋਲੋਂ ਚਲੇ ਜਾਓ। ਖੁਦਾ ਦਾ ਧੰਨਵਾਦ ਕਰਦੇ ਇਸ ਪੜ੍ਹੇ ਹੋਏ ਵਚਨ ਦੇ ਲਈ। ਆਓ ਅਸੀਂ ਸਭ ਮਿਲ ਕੇ ਪ੍ਰਾਰਥਨਾ ਕਰਾਂਗੇ। ਹਾਲੇਲੂਇਆ। ਧੰਨਵਾਦ ਪਿਆਰੇ ਪ੍ਰਭੂ ਯਿਸੂ ਮਸੀਹ, ਮੇਰੇ ਮਹਾਨ ਪਿਤਾ ਖੁਦਾਵੰਦ, ਤੇਰੇ ਨਾਮ ਦੀ ਮਹਿਮਾ ਯੁਗਾਂ ਨੂੰ ਯੁਗ ਹੁੰਦੀ ਰਹੇ ਪ੍ਰਭੂ ਯਿਸੂ ਮਸੀਹ, ਕਿਉਂਕਿ ਆਦਰ ਦੇ ਖੁਦਾਵੰਦ ਪ੍ਰਭੂ ਯਿਸੂ ਮਸੀਹ, ਆਦਰ ਮਹਿਮਾ ਜਲਾਲ ਸਭ ਤੇਰਾ ਹੈ ਖੁਦਾਵੰਦਾ। ਤੇ ਪ੍ਰਭੂ ਯਿਸੂ ਮਸੀਹ ਅਸੀਂ ਸਾਰਾ ਹੀ ਆਦਰ ਤੇਰੇ ਰਾਮ ਨੂੰ, ਤੇਰੇ ਵਚਨ ਨੂੰ ਦਿੰਦੇ ਹਾਂ ਖੁਦਾਵੰਦ ਪ੍ਰਭੂ ਯਿਸੂ ਮਸੀਹ। ਮੇਰੇ ਮਹਾਨ ਪਿਤਾ, ਅੱਜ ਖੁਦਾਵੰਦ ਪ੍ਰਭੂ ਯਿਸੂ ਮਸੀਹ ਆਪਣੇ ਲੋਕਾਂ ਨੂੰ ਮੰਨਾ ਦੇ ਪ੍ਰਭੂ ਜੀ, ਤਾਂ ਕਿ ਤੇਰੇ ਲੋਕ ਮੰਨੇ ਦੇ ਦੁਆਰਾ ਤ੍ਰਿਪਤ ਹੋਣ ਪ੍ਰਭੂ ਜੀ। ਤੂੰ ਹਮੇਸ਼ਾ ਆਪਣੇ ਲੋਕਾਂ ਨੂੰ ਤਾਜ਼ਾ ਮੰਨਾ ਦਿੰਦਾ ਹੈ ਤੇ ਤੇਰਾ ਵਚਨ ਹੀ ਪ੍ਰਭੂ ਜੀ ਉਹ ਮੰਨਾ ਹੈ ਜੋ ਜੀਵਨ ਦਿੰਦਾ ਹੈ ਪ੍ਰਭੂ ਯਿਸੂ ਮਸੀਹ। ਖੁਦਾਵੰਦ ਜਿਨ੍ਹਾਂ ਇਸ ਵਚਨ ਨੂੰ ਸੁਣਨ, ਇਸ ਪ੍ਰਚਾਰ ਨੂੰ ਸੁਣਨ ਖੁਦਾਵੰਦਾ, ਉਹਨਾਂ ਦੇ ਜੀਵਨਾਂ ਵਿੱਚ ਤਬਦੀਲੀ ਆਵੇ, ਉਹਨਾਂ ਦੇ ਘਰਾਂ ਦੇ ਵਿੱਚ ਤਬਦੀਲੀ ਆਵੇ ਪ੍ਰਭੂ ਯਿਸੂ ਮਸੀਹ। ਮੇਰੇ ਮਹਾਨ ਪਿਤਾ ਤੂੰ ਸਭਨਾਂ ਤੇ ਦਇਆ ਤੇ ਕਿਰਪਾ ਕਰ ਪ੍ਰਭੂ ਜੀ। ਤੇਰਾ ਵਚਨ ਪ੍ਰਭੂ ਯਿਸੂ ਮਸੀਹ ਤੂੰ ਆਪ ਆ ਕੇ ਖੋਲ ਖੁਦਾਵੰਦਾ, ਕਿਉਂਕਿ ਤੇਰਾ ਵਚਨ ਹੈ, ਤੂੰ ਹੀ ਆਪਣੇ ਵਚਨ ਨੂੰ ਖੋਲ ਸਕਦਾ ਹੈ। ਮੇਰੇ ਮਹਾਨ ਪ੍ਰਭੂ ਤੂੰ ਦਇਆ ਤੇ ਕਿਰਪਾ ਕਰਨੀ ਹੈ ਪ੍ਰਭੂ ਯਿਸੂ ਮਸੀਹ। ਮੈਂ ਸਭਨਾਂ ਨੂੰ ਪ੍ਰਭੂ ਜੀ, ਸੁਣਨ ਵਾਲਿਆਂ ਨੂੰ ਵੀ ਤੇਰੇ ਲਹੂ 'ਚ ਸੀਲ ਕਰਦਾ, ਆਪਣੇ ਆਪ ਨੂੰ ਵੀ ਤੇਰੇ ਲਹੂ 'ਚ ਸੀਲ ਕਰਦਾ। ਦਇਆ ਕਰ, ਕਿਰਪਾ ਕਰ, ਸਾਰਾ ਆਦਰ ਜਲਾਲ ਮਹਿਮਾ ਪ੍ਰਭੂ ਯਿਸੂ ਮਸੀਹ ਦੇ ਨਾਮ ਦਿੰਦੇ ਹਾਂ, ਆਮੀਨ। ਹਾਲੇਲੂਇਆ। ਖੁਦਾਵੰਦ ਦੇ ਪਵਿੱਤਰ ਨਾਮ ਦੀ ਤਾਰੀਫ ਹੋਵੇ। ਅਸੀਂ ਪੜ੍ਹਿਆ ਆ ਮੱਤੀ 7:21 ਵਿੱਚ ਲਿਖਿਆ ਆ, ਸੋ ਤੁਸੀਂ ਉਹਨਾਂ ਨੂੰ ਉਹਨਾਂ ਦੇ ਫਲਾਂ ਤੋਂ ਪਛਾਣੋਗੇ, ਨਾ ਹਰੇਕ ਮੈਨੂੰ ਪ੍ਰਭੂ ਪ੍ਰਭੂ ਕਹਿੰਦਾ ਹੈ ਸਵਰਗ ਦੇ ਰਾਜ ਵਿੱਚ ਵੜੇਗਾ। ਉਹ ਕਹਿੰਦਾ ਤੁਸੀਂ ਫਲਾਂ ਤੋਂ ਪਛਾਣੋਗੇ। ਹਰੇਕ ਉਹਨੂੰ ਪ੍ਰਭੂ ਪ੍ਰਭੂ ਕਹਿੰਦਾ ਆ। ਜਦੋਂ ਯਿਸੂ ਮਸੀਹ ਧਰਤੀ ਤੇ ਸੀਗਾ ਉਸ ਸਮੇਂ ਵੀ ਬਹੁਤ ਲੋਕ ਉਹਦੇ ਨਾਲ ਸੀ ਜਿਹੜੇ ਉਹਨੂੰ ਪ੍ਰਭੂ ਜੀ ਕਹਿੰਦੇ ਸੀਗੇ। ਬੜੇ ਲੋਕ ਉਹਨੂੰ ਪ੍ਰਭੂ ਪ੍ਰਭੂ ਕਹਿੰਦੇ ਸੀਗੇ, ਲੇਕਿਨ ਕੋਈ ਵੀ ਉਹਦੇ ਨਾਲ ਸਹਿਮਤ ਨਾ ਹੋਇਆ ਜਿਹੜਾ ਉਹਨੂੰ ਪ੍ਰਭੂ ਪ੍ਰਭੂ ਕਹਿੰਦਾ ਸੀਗਾ। ਇੱਥੇ ਤੱਕ ਕਿ ਉਹ 12 ਚੇਲਿਆਂ ਦੇ ਵਿੱਚੋਂ ਇੱਕ ਚੇਲਾ ਯਹੂਦਾ ਇਸਕਰੋਤੀ ਸੀਗਾ, ਉਹ ਵੀ ਉਹਨੂੰ ਪ੍ਰਭੂ ਪ੍ਰਭੂ ਕਹਿੰਦਾ ਸੀਗਾ, ਲੇਕਿਨ ਉਹ ਵੀ ਉਹਦੇ ਨਾਲ ਨਹੀਂ ਚੱਲਿਆ। ਲੇਕਿਨ ਕੁਝ ਇੱਕ ਛੋਟਾ ਝੁੰਡ ਸੀ ਜਿਹੜਾ ਉਹਦੇ ਨਾਲ ਚੱਲਿਆ ਹੈ, ਜਿਹੜੇ ਉਹਦੇ ਚੁਣੇ ਹੋਏ ਲੋਕ ਸੀ ਉਹ ਉਹਦੇ ਨਾਲ ਚੱਲੇ ਆ। ਲੇਕਿਨ ਖੁਦਾ ਦਾ ਵਚਨ ਕਹਿੰਦਾ ਸਵਰਗ ਦੇ ਰਾਜ ਵਿੱਚ ਵੜੇਗਾ, ਬਲਕਿ ਉਹ ਜੋ ਮੇਰੇ ਸਵਰਗੀ ਪਿਤਾ ਦੀ ਮਰਜ਼ੀ ਉੱਤੇ ਚੱਲਦਾ। ਜਿਹੜਾ ਖੁਦਾ ਦੀ ਮਰਜ਼ੀ ਦੇ ਉੱਪਰ ਚੱਲਦਾ, ਉਹਦੇ ਸਵਰਗੀ ਪਿਤਾ ਦੀ ਮਰਜ਼ੀ ਦੇ ਉੱਪਰ ਚੱਲਦਾ, ਕਹਿੰਦਾ ਉਹੀ ਆ ਜਿਹੜਾ ਸਵਰਗ ਦੇ ਰਾਜ ਵਿੱਚ ਵੜੇਗਾ। हे ਪ੍ਰਭੂ, ਅਸੀਂ ਤੇਰਾ ਨਾਮ ਲੈ ਕੇ ਅਗੰਮਵਾਕ ਨਹੀਂ ਕੀਤਾ। ਹੁਣ ਅਸੀਂ ਇੱਥੇ ਵੇਖਦੇ ਆ ਇੱਕ ਇਹੋ ਜਿਹਾ ਝੁੰਡ ਵੇਖਦੇ ਆ, ਜਿਹੜਾ ਇੱਕ ਝੁੰਡ ਆ ਉਹ ਪ੍ਰਭੂ ਦਾ ਨਾਮ ਲੈ ਰਿਹਾ ਆ, ਚਮਤਕਾਰ ਕਰ ਰਿਹਾ, ਚਿੰਨ੍ਹ ਕਰ ਰਿਹਾ ਆ। ਹੁਣ ਦੋ ਤਰ੍ਹਾਂ ਦੇ ਝੁੰਡ ਅਸੀਂ ਇਹਦੇ ਵਿੱਚ ਵੇਖਦੇ ਆ। ਇੱਕ ਝੁੰਡ ਉਹ ਆ ਜਿਹਨੇ ਰੈਪਚਰ ਦੇ ਵਿੱਚ ਚਲੇ ਜਾਣਾ ਆ। ਇੱਕ ਝੁੰਡ ਉਹ ਆ ਜਿਹਨੇ ਖੁਦਾ ਦੇ ਅੱਗੇ ਖੜਨਾ, ਨਿਆਂ ਦੇ ਵਿੱਚ ਖੜਨਾ। ਇੱਥੇ ਅਸੀਂ ਦੋ ਤਰ੍ਹਾਂ ਦੇ ਝੁੰਡ ਨੂੰ ਵੇਖਦੇ ਆ। ਹੁਣ ਇਹ ਉਹ ਝੁੰਡ ਆ ਜਿਹਦੇ ਪ੍ਰਭੂ ਪ੍ਰਭੂ ਕਹਿ ਰਹੇ ਆ, ਪ੍ਰਭੂ ਅਸੀਂ ਤੇਰੇ ਨਾਮ ਦੇ ਵਿੱਚ, ਬਾਈਬਲ 'ਚ ਲਿਖਿਆ, ਤੇਰਾ ਨਾਮ ਲੈ ਕੇ ਬਹੁਤੀਆਂ ਕਰਾਮਾਤਾਂ ਨਹੀਂ ਕੀਤੀਆਂ, ਤੇਰਾ ਨਾਮ ਲੈ ਕੇ ਅਗੰਮਵਾਕ ਨਹੀਂ ਕੀਤਾ, ਤੇਰਾ ਨਾਮ ਲੈ ਕੇ ਭੂਤ ਨਹੀਂ ਕੱਢੇ। ਹੁਣ ਭੂਤ ਕੌਣ ਕੱਢਦਾ, ਅਗੰਮਵਾਕ ਕੌਣ ਕਰਦਾ? ਇਹ ਸਭ ਪਾਸਟਰ ਲੋਕ ਕਰਦੇ ਨੇ। ਆਪਣੇ ਆਪ ਨੂੰ ਜਿਹੜੇ ਮਸੀਹ ਕਹਿੰਦੇ ਆ, ਆਪਣੇ ਆਪ ਨੂੰ ਪਾਸਟਰ ਕਹਿੰਦੇ ਆ, ਉਹ ਲੋਕ ਇਹ ਕੰਮ ਕਰਦੇ ਆ। ਲੇਕਿਨ ਖੁਦਾ ਕੀ ਕਹਿ ਰਿਹਾ ਉਹਨਾਂ ਨੂੰ? ਤਦ ਮੈਂ ਉਹਨਾਂ ਨੂੰ ਸਾਫ਼ ਆਖਾਂਗਾ, ਭਾਈ ਮੈਂ ਤੁਹਾਨੂੰ ਕਦੇ ਵੀ ਨਹੀਂ ਜਾਣਿਆ। ਹੁਣ ਵਜ੍ਹਾ ਕੀ ਸੀਗੀ? ਕਿਉਂ ਖੁਦਾ ਇਸ ਤਰ੍ਹਾਂ ਕਹਿ ਰਿਹਾ? ਕਿਉਂਕਿ ਇਹਨਾਂ ਨੇ ਉਹਦੀ ਮਰਜ਼ੀ ਨੂੰ ਹੀ ਨਹੀਂ ਪੂਰਾ ਕੀਤਾ। ਅੱਜ ਬਹੁਤ ਲੋਕ ਬਾਈਬਲਾਂ ਹੱਥਾਂ 'ਚ ਫੜਦੇ ਆ, ਬਹੁਤ ਲੋਕ ਖੁਦਾ ਦਾ ਪ੍ਰਚਾਰ ਕਰ ਰਹੇ, ਲੇਕਿਨ ਸਭ ਕੀ ਯਿਸੂ ਮਸੀਹ ਦੀ ਮਰਜ਼ੀ ਨੂੰ ਪੂਰਾ ਕਰ ਰਹੇ ਆ? ਗੱਲ ਤਾਂ ਇਹ ਆ, ਜਦੋਂ ਤੱਕ ਕੋਈ ਖੁਦਾ ਦੀ ਮਰਜ਼ੀ ਨੂੰ ਪੂਰਾ ਨਹੀਂ ਕਰਦਾ, ਉਹਦੇ ਰਾਜ ਵਿੱਚ ਦਾਖਲ ਨਹੀਂ ਹੋ ਸਕਦਾ। ਉਹਦੇ ਰਾਜ ਵਿੱਚ ਦਾਖਲ ਹੋਣ ਦੇ ਲਈ, ਮੰਨ ਲਓ ਕਿਸੇ ਨੇ ਕਿਸੇ ਕੰਟਰੀ ਵਿੱਚ ਜਾਣਾ, ਦੂਜੇ ਦੇਸ਼ ਵਿੱਚ ਜਾਣਾ, ਤੇ ਉੱਥੇ ਦੇ ਰੂਲ ਫੋਲੋ ਕਰਨੇ ਪੈਂਦੇ ਆ। ਜੇ ਕੋਈ ਰੂਲ ਫੋਲੋ ਨਾ ਕਰੇ ਉੱਥੇ ਦੇ, ਤੇ ਉਹ ਉਸ ਕੰਟਰੀ ਦੇ ਵਿੱਚ ਜਾ ਨਹੀਂ ਸਕਦਾ। ਉਹਨਾਂ ਦੇ ਹਿਸਾਬ ਦੇ ਨਾਲ ਉਹਨਾਂ ਨੂੰ ਜਾਣਾ ਪੈਂਦਾ ਆ, ਚੱਲਣਾ ਪੈਂਦਾ ਆ। ਉੱਥੇ ਦੇ ਰੂਲ ਰੈਗੂਲੇਸ਼ਨ ਅਲੱਗ ਹੁੰਦੇ ਆ। ਇਸੇ ਤਰ੍ਹਾਂ ਜੇ ਖੁਦਾ ਦੇ ਕੋਲ ਕੋਈ ਜਾਣਾ ਚਾਹੁੰਦਾ ਤੇ ਉਹਨੂੰ ਖੁਦਾ ਦੇ ਕਾਨੂੰਨਾਂ ਤੇ ਵਿਧੀਆਂ ਤੇ ਚੱਲਣਾ ਪਵੇਗਾ। ਲੇਕਿਨ ਇੱਥੇ ਇੱਕ ਝੁੰਡ ਆ ਜਿਹੜਾ ਪ੍ਰਭੂ ਪ੍ਰਭੂ ਕਹਿ ਰਿਹਾ ਆ ਵੀ ਪ੍ਰਭੂ ਅਸੀਂ ਤੇਰੇ ਨਾਮ 'ਚ ਭੂਤ ਕੱਢੇ, ਅਸੀਂ ਤੇਰੇ ਨਾਮ 'ਚ ਆ ਕੱਢੇ। ਲੇਕਿਨ ਖੁਦਾ ਕੀ ਕਹਿ ਰਿਹਾ ਵੀ ਤੁਸੀਂ ਮੇਰੇ ਰਾਜ ਵਿੱਚ ਨਹੀਂ ਜਾਓਗੇ। ਕਹਿੰਦਾ हे ਬੁਰਿਆਰੋ, ਮੇਰੇ ਕੋਲ ਦੂਰ ਚਲੇ ਜਾਓ। ਹੁਣ ਇਹ ਦਾਵਾ ਕਿਉਂ ਕਰ ਰਹੇ ਆ? ਜਦੋਂ ਇਹਨਾਂ ਨੂੰ ਪਤਾ ਲੱਗਾ ਵੀ ਅਸੀਂ ਤਾਂ ਪ੍ਰਭੂ ਦੇ ਨਾਮ 'ਚ ਬੜੇ ਕੰਮ ਕੀਤੇ, ਭੂਤ ਕੱਢੇ ਆ, ਸਭ ਕੁਝ ਕੀਤੇ, ਪ੍ਰਭੂ ਦੇ ਅੱਗੇ ਦਾਵਾ ਪੇਸ਼ ਕਰ ਰਹੇ ਆ ਵੀ ਪ੍ਰਭੂ
ਸਾਨੂੰ ਕਿਉਂ ਤੂੰ ਆਪਣੇ ਰਾਜ ਵਿੱਚ ਨਹੀਂ ਦਾਖਲ ਕਰ ਰਿਹਾ, ਸਾਨੂੰ ਤੂੰ ਕਿਉਂ ਨਰਕ ਵਿੱਚ ਭੇਜ ਰਿਹਾ ਹੈ। ਲੇਕਿਨ ਇਹ ਦਾਵਾ ਇਹਨਾਂ ਦਾ ਕੀ ਹੋ ਰਿਹਾ, ਫੇਲ ਕਰ ਰਿਹਾ ਪ੍ਰਭੂ। ਉਹ ਕਹਿੰਦਾ ਤੁਸੀਂ ਮੇਰੇ ਸਵਰਗੀ ਪਿਤਾ ਦੀ ਮਰਜ਼ੀ ਉੱਪਰ ਨਹੀਂ ਚੱਲੇ, ਇਸ ਕਰਕੇ हे ਬੁਰਿਆਰੋ ਮੇਰੇ ਕੋਲੋਂ ਦੂਰ ਚਲੇ ਜਾਓ। ਖੁਦਾਵੰਦ ਉਹਨਾਂ ਨੂੰ ਦੂਰ ਭੇਜ ਰਿਹਾ ਹੈ ਆਪਣੇ ਕੋਲੋਂ। ਦੂਰ ਦਾ ਮਤਲਬ ਆ, ਭਾਈ ਬ੍ਰੈਨਮ ਨੇ ਕਿਹਾ, ਸਾਡੇ ਯੁੱਗ ਦੇ ਨਬੀ ਨੇ ਕਿਹਾ, ਜੇ ਕੋਈ ਪਰਮੇਸ਼ਵਰ ਤੋਂ ਵਿਛੜ ਜਾਂਦਾ ਉਹਦਾ ਮਤਲਬ ਹੁੰਦਾ ਮੌਤ, ਤੇ ਮੌਤ ਦਾ ਕੀ ਮਤਲਬ ਹੁੰਦਾ, ਪਰਮੇਸ਼ਵਰ ਤੋਂ ਵਿਛੜਨਾ। ਉਹ ਕਦੇ ਵੀ ਖੁਦਾ ਨੂੰ ਵੇਖ ਨਹੀਂ ਸਕਦਾ ਫਿਰ ਦੁਬਾਰਾ। ਲੇਕਿਨ ਇੱਥੇ ਇੱਕ ਝੁੰਡ, ਜਿਹੜਾ ਆ ਝੁੰਡਾ ਕਰਾਮਾਤਾ ਕਰਨ ਵਾਲਾ, ਇਹਨਾਂ ਨੂੰ ਖੁਦਾ ਕਹਿ ਰਿਹਾ ਤੁਸੀਂ ਮੇਰੇ ਕੋਲੋਂ ਦੂਰ ਚਲੇ ਜਾਓ। ਬੁਰਿਆਰੋ ਕਹਿੰਦਾ ਮੈਂ ਤੁਹਾਨੂੰ ਕਦੇ ਵੀ ਨਹੀਂ ਜਾਣਿਆ। ਹੁਣ ਅੱਜ ਲੋਕ ਭਗਤੀਆਂ ਕਰਦੇ, ਸਭ ਕੁਝ ਕਰਦੇ, ਲੇਕਿਨ ਜੇ ਖੁਦਾ ਦੀ ਮਰਜ਼ੀ ਦੇ ਅਨੁਸਾਰ ਭਗਤੀ ਨਹੀਂ ਆ ਤੇ ਉਹ ਭਗਤੀ ਵੀ ਵਿਅਰਥ ਆ। ਤੇ ਅੱਜ ਲੋਕ ਵਿਅਰਥ ਹੀ ਖੁਦਾ ਦੀ ਭਗਤੀ ਕਰਦੇ। ਇਹੋ ਜੀ ਭਗਤੀ ਨੂੰ ਖੁਦਾ ਪਸੰਦ ਨਹੀਂ ਕਰਦਾ। ਇਸ ਕਰਕੇ ਅਸੀਂ ਮੱਤੀ 7:21 ਵਿੱਚ ਪੜ੍ਹ ਰਹੇ ਹਾਂ, ਚਮਤਕਾਰ ਕਰਨ ਵਾਲੇ, ਭੂਤ ਕੱਢਣ ਵਾਲੇ, ਹਰੇਕ ਜੋ ਪ੍ਰਭੂ ਦੇ ਵਿੱਚ ਵੱਡੇ ਵੱਡੇ ਚਮਤਕਾਰ ਕਰਦਾ, ਭੁੱਖਬਾਣੀਆਂ ਕਰਦਾ, ਜੇ ਉਹਦੀ ਮਰਜ਼ੀ ਤੇ ਨਹੀਂ ਚੱਲਿਆ, ਤੇ ਖੁਦਾਵੰਦ ਕੀ ਕਹਿ ਰਿਹਾ, ਬੁਰਿਆਰੋ ਮੇਰੇ ਕੋਲੋਂ ਦੂਰ ਚਲੇ ਜਾਓ। ਇਸੇ ਤਰ੍ਹਾਂ ਯਿਸੂ ਮਸੀਹ ਦੇ ਨਾਲ ਵੀ ਇੱਕ ਇਹੋ ਜਿਹਾ ਮਨੁੱਖ ਰਹਿੰਦਾ ਸੀ ਜਿਹਦਾ ਨਾਮ ਯਹੂਦਾ ਸੀਗਾ। ਅਸੀਂ ਸੰਦੇਸ਼ ਵਿੱਚੋਂ ਪੜ੍ਹਦੇ ਹਾਂ, अगर आप ठीक उस पर ध्यान दें, जब यीशु दृश्य पर आया तो यहूदा भी दृश्य पर आया। ਹੁਣ ਤੁਹਾਨੂੰ ਪਤਾ ਝੂਠੀ ਤੇ ਸੱਚੀ ਵੇਲ ਇਕੱਠੀ ਚੱਲਦੀ ਆ। ਜੇ ਅੱਜ ਸੱਚੇ ਲੋਕ ਹੈ ਤੇ ਝੂਠੇ ਵੀ ਹੈਗੇ ਆ। ਜੇ ਅੱਜ ਸੱਚ ਦਾ ਪ੍ਰਚਾਰ ਹੋ ਰਿਹਾ ਤੇ ਝੂਠ ਦਾ ਵੀ ਪ੍ਰਚਾਰ ਕਰ ਰਹੇ ਆ। ਉਹ ਕੌਣ ਆ? ਮਸੀਹ ਵਿਰੋਧੀ ਲੋਕ ਨੇ ਜਿਹੜੇ ਇਹ ਕੰਮ ਕਰ ਰਹੇ ਆ। तो यहूदा भी दृश्य पर आया और एक मसीही विरोधी जो मसीह के विरुद्ध था। मैं चाहता हूं कि आप इन आत्माओं को स्वभाव पर ध्यान दें। यहूदा एक धार्मिक व्यक्ति था। भाई ब्रैनम कहते यहूदा एक धार्मिक बंदा सीगा, यीशु मसीह दा चेला बन के नाल रहा। अज लोग धार्मिक बने हुए आ, चर्चा दे विच प्रचार करते आ, कलीसिया विच आंदे आ, सारे नियम कानून पूरे करते आ, धार्मिक दिखते आ लोकां नूं, लेकिन खुदा दी मर्जी तो बाहर ने। जो यीशु मसीह धरती ते आया, फक्की फरीसी लोग हर एक चीज का दशवांश दिंदे सी, वो जीरे का भी दशवांश दिंदे सीगे, हर एक चीज का दशवांश दिंदे सी, वो बड़े ही धार्मिक सीगे। इन्ने धार्मिक लोग तुहानूं अज नहीं मिलने जिन्ने यीशु मसीह दे समय धार्मिक लोग सीगे। लेकिन उन्होंने खुदा का विरोध किया, फिर भी उहदी मर्जी के उपर वो लोग नहीं चले। तो इस तरह यहूदा जिहड़ा खुद यीशु मसीह का चेला सीगा, वो भी कलीसिया विच वड़ा आ, प्रभु दे नाल रहा, चिन्ह चमत्कार कीते, सब कुछ किया, लेकिन फिर भी वो विरोधी सी, शैतान दा पुत्र सी। इस तरह ज बहुत सारे ओही से आत्मा वाले लोग चर्चा दे विच ने, जिन्हां नूं कि दिन यीशु मसीह कहेगा, हे बुरियारो मेरे कोलों दूर चले जाओ क्योंकि मैं तुहानूं नहीं जानदा। ये मत्ती 7:21 वाली वो कलीसिया दे लोग ने ਜਿਹੜੇ खुदा ਦੇ वचन ਨੂੰ ਮੰਨਣ ਤੋਂ ਇਨਕਾਰ ਕਰ ਦਿੰਦੇ ਆ। ਤੇ ਇਹੋ ਜਿਹੇ ਲੋਕਾਂ ਨੂੰ ਕਦੇ ਵੀ ਸਾਡਾ ਪ੍ਰਭੂ ਯਿਸੂ ਮਸੀਹ ਪਸੰਦ ਨਹੀਂ ਕਰਦਾ। ਸਾਡਾ ਯੁੱਗ ਦਾ ਨਬੀ ਕਹਿੰਦਾ ਆ, ਯਹੂਦਾ ਇੱਕ ਧਾਰਮਿਕ ਵਿਅਕਤੀ था, वह अधर्मी नहीं था। अधर्मी नहीं ਸੀਗਾ, ਧਾਰਮਿਕ ਵਿਅਕਤੀ ਸੀਗਾ। ਕੀ ਅੱਜ ਤੁਹਾਨੂੰ ਚਰਚਾ, ਡਿਨੋਮੀਨੇਸ਼ਨ ਚਰਚਾਂ ਦੇ ਵਿੱਚ ਧਾਰਮਿਕ ਬੰਦੇ ਨਹੀਂ ਦਿਖਦੇ ਜਿਹੜੇ ਸਭ ਖੁਦਾ ਦਾ ਕੰਮ ਪੂਰੀ ਰੀਤੀ ਦੇ ਨਾਲ ਕਰ ਰਹੇ ਆ। 8-8 ਘੰਟੇ 10-10 ਘੰਟੇ ਉਹ ਪ੍ਰਾਰਥਨਾਵਾਂ ਕਰਦੇ ਆ, ਹਰ ਇੱਕ ਕੰਮ ਉਹ ਕਰਦੇ ਆ, ਦਸ਼ਮਾਸ਼ ਦਿੰਦੇ ਆ, ਸੰਡੇ ਨੂੰ ਚਰਚ ਜਾਂਦੇ ਆ, लेकिन जीवन देख लो, वचन के अकॉर्डिंग कोई उन्होंने जीवन नहीं है। इस करके खुदा कहता तुसी उन्होंने फलों तो उन्होंने पछाणोगे। फल देख लो उन्होंने किदां दे है धार्मिक का दिखण विच, लेकिन पूरे दे पूरे शरीरक ने लोग। वचन की ABCD उन्होंने नहीं पता, किदां जीवन व्यतीत करना कुछ नहीं पता, खुदा दे की नियम ते कानून उन्होंने कुछ नहीं पता। जो उन्होंने मर्जी उस तरह लोग करते हैं। यहो ਜਿਹੇ लोगों को खुदा नहीं पसंद करता। इस करके कहता बुरियारो मेरे को दूर चले जाओ। और हम सभी जानते हैं कि वह मसीह विरोधी था। उसने मसीह के दाहिनी हाथ की तरफ सबसे नजदीकी में काम किया। कहता उन्हें सब तो नजदीकी दे नाल काम किया, नजदीक हो के खुदा दे विच हो के उन्हें काम किया, दिखाया भी मैं भी कुछ हैगा है, लेकिन फिर भी वो शैतान का पुत्र सीगा। क्या आप जानते हैं कि स्वर्ग में शुरुआत में शैतान खुदा का दाहिना हाथ था। वो लूसीफर, भोर का पुत्र, उसको शक्ति दी गई थी और जिस कारण से वो पाप को संसार में लाया और वह ऐसा लेने में समक्ष था, कुछ ऐसा लेने में समक्ष था जिसे खुदा ने बनाया था और इसे वापिस एक बुरी चीज में बदल दिया। उसने उत्पत्ति से सारी परेशानियां शुरू कर दी। तब खुदा ने
जिसने इस जगत की नींव रखने से पहले यह लिख लिया कि शैतान ने क्या किया। मतलब कहने का मतलब भी सब कुछ लूसीफर को शक्ति सी सब कुछ सी, लेकिन फिर भी वो डिग गया क्योंकि उन्हें खुदा दे वचन तो बाहर काम किया सीगा। जे कोई भी मनुख खुदा दे वचन तो बाहर काम करदा आ ते खुदा उन्हें सिट दिंदा है। संत पौलुस जिहड़ा कि पहला दूत आ, संत पौलुस जो कि एक पहला दूत आ, उन्हें कहा जिहड़ी सिੱਖਿਆ ਅਸੀਂ ਤੁਹਾਨੂੰ ਦਿੱਤੀ ਆ, इस सिੱਖਿਆ ਤੋਂ ਇਲਾਵਾ जे कोई होर सिੱਖਿਆ ਭਾਵੇਂ स्वर्ग तो कोई दूत भी उतर के ना दवे, स्वर्ग तो कहता कोई दूत भी उतर आवे, जिहड़ी सिੱਖਿਆ ਅਸੀਂ ਤੁਹਾਨੂੰ ਦਿੱਤੀ कोई होर सिੱਖਿਆ दवे ते ਉਹ शापित होवे। जो सिੱਖਿਆ रसूलां द्वारा दी गई, साडे युग के नबी भाई विलियम मैरिन ब्रैनम द्वारा दी गई, उस सिੱਖਿਆ तो इलावा जे कोई होर सिੱਖਿਆ दिंदा है ते ਉਹ शापित है मनुख। ਅੱਜ ਅਸੀਂ ਵੇਖਦੇ ਕਿੱਦਾਂ ਲੋਕ वचन ਨੂੰ ਤੋੜਦੇ ਮਰੋੜਦੇ ਆ, ਆਪਣੇ ਖੁਦ ਦੇ ਲਈ ਉਹ ਇਸਤੇਮਾਲ ਕਰਦੇ ਆ। वचन ਦੇ ਨਾਲ ਲੋਕੀ ਕਮਾਈਆਂ ਕਰਦੇ ਨੇ, ਸਾਰਾ ਸਿਸਟਮ ਉਹਨਾਂ ਦਾ ਕੀ ਆ, वचन ਤੋਂ ਬਾਹਰ ਆ। ਯਹੂਦਾ ਇਸਕਰੀਓਤੀ ਵੀ ਬਿਜ਼ਨਸ ਕਰਦਾ ਸੀਗਾ, ਉਹ ਪੈਸੇ ਸੀ ਜਿਹੜੇ ਉਹਨੂੰ ਦਿੱਤੇ ਜਾਂਦੇ ਸੀਗੇ, ਉਹ ਉਹਦੇ ਵਿੱਚੋਂ ਚੋਰੀ ਕਰਦਾ ਸੀਗਾ, ਉਹ ਬਿਜ਼ਨਸ ਕਰਦਾ ਸੀਗਾ, ਉਹ ਖੁਦਾ ਦੇ ਨਾਲ ਬਸ ਇਦਾਂ ਹੀ ਤੁਰਿਆ ਫਿਰ ਰਿਹਾ ਸੀਗਾ क्योंकि वो खुदा का बीज नहीं सी, वो किदा बीज सी, वो शैतान का बीज सी। आज भी लोग मसीह दे विच तां हन लेकिन वो बीज शैतान दे, क्योंकि खुदा वाले उन्हां दे कोई काम नहीं। जब यीशु मसीह फकी फरीसियां नाल गलबात कर रहा सीगा ते यीशु मसीह ने उन्हां नूं कहा, वो कहंदे असीं इब्राहिम दी संतान हां, वो कहंदा जे तुसीं इब्राहिम दी संतान हुंदे ते मेरे जिहे काम करदे, मेरे नाल तुसीं प्यार करदे, क्योंकि इब्राहिम तां मेरे नाल प्यार करदा सी। यीशु मसीह कहता तुसी अपने पिता शैतान तो हो। यीशु मसीह ने सब बिल्कुल स्पष्ट तरह नाल उन्हां नूं जवाब दिता है, उन्हें कोई लिहाज नहीं लिया उन्हां दा। वो कहता जे तुसी अपने पिता इब्राहिम तो हुंदे ते मेरे नाल तुसी प्यार करदे, अपने पिता जिहे काम करदे, क्योंकि इब्राहिम एक बहुत वड्डा विश्वासी सीगा। लेकिन ये फकी फरीसी की कर रहे सी उस समय दे विच, यीशु मसीह दा विरोध कर रहे सी। इन्हां ने बाइबल पढ़ी सी, ग्रंथ पढ़े सी, इन्हां नूं पता सीगा मरियम एक वारी होवेगी, उहदे द्वारा एक पुत्र आना है, लेकिन फिर भी इन्हां ने विश्वास नहीं किया। ते अज भी लोग समय के संदेश ते विश्वास नहीं करते। यीशु मसीह जी तो जा रहा सी, वो सारे लोगों नूं कहंदा सीगा सारे पासे जाओ तो मेरे नाम का सुसमाचार प्रचार करो। लेकिन इत्थे की हो गया, इत्थे लोगों ने अपने अपने ही सिस्टम बना ले सारे ने। कोई छिट्टिया का बसमा दिंदा, कोई बच्चों को बसमा दे दिंदा है। ये सारा कुछ रोंग आ, हर कोई बंदा अपने ही हिसाब नाल चल रहा, लेकिन खुदा चाहता भी जे तुसी उहदे राज विच जाना चाहते हो तो तुहानूं उहदी मर्जी के उपर चलना पवेगा। वो कहंदा मैं अपनी मर्जी दे नाल कुछ नहीं करता, जो कुछ करदा मेरा पिता मेरे विच रह के करदा है। यीशु मसीह ने अपने आप को इन्ना नीवा कीता ते अज लोग अपनी अपनी मर्जियां कर रहे हैं। नबी कहता यहूदा, और अब यहूदा जैसे कैन ने हाबिल को वेदी पर मार डाला, यहूदा ने यीशु को वेदी पर मार डाला। कैन ने की कीता सीगा, कैन शैतान दा पुत्र सी, उन्हें हाबिल नूं मार दिता। इत्थे यहूदा की कर रहा, वो यीशु मसीह नूं फड़वा रहा है। क्यों फड़वा रहा है? पैसे दे लालच दे विच। हुण कल्ला पैसे दा लालच नहीं सीगा, वो शैतान का भी पुत्र सीगा ते शैतान ने अपना भी काम करना है। जे खुदा काम करता तो शैतान भी काम करता है, लेकिन शैतान कदे सफल नहीं हुंदा। वो खुदा दे लोकां नूं मार सकदा है, तकलीफां विच पा सकदा है, लेकिन मसीहत नूं शैतान नहीं खत्म कर सकदा। इसे तरह असीं वेखदे हां भी किस तरह यहूदा ने काम कीता, उन्हें यीशु मसीह नूं फड़वाउण दी कोशिश की। जे यीशु मसीह कलवरी क्रूस ते चढ़िया ते वो भी मारिया गया, वो भी मारिया गया सीगा। लेकिन साडा प्रभु यीशु मसीह तीसरे दिन मुर्दियां विचों फिर जिउंदा हो गया। लेकिन जिहड़ा यहूदा सीगा वो मौत विच चला गया, क्योंकि यीशु मसीह कहंदा मैं युगानुयुग इक्को जिहा खुदा आ, मैं जिउंदा खुदा आ, वो मुर्दा नहीं आ, वो जिउंदा आ। ते यीशु मसीह नूं ते ओदी दुल्हन नूं कोई नहीं मार सकदा। नबी कहता जिस समय यीशु की मृत्यु हुई, यहूदा की मृत्यु हुई,
जिस समय मसीह का आत्मा, उस समय जब मसीह का आत्मा वापिस आया तो मसीह विरोधी का आत्मा भी लौट आया। यहूदा की आत्मा लौट आई। यहूदा शैतान का आदमी था। यहूदा किहदा आदमी सी? शैतान का आदमी सीगा। और मसीह खुदा का आदमी था। मसीह देहधारी खुदा था, यहूदा देहधारी शैतान था। कहता ये यीशु मसीह देहधारी खुदा सी ते यहूदा देहधारी शैतान सी। अज भी ਉਹਨੇ ਕਿਹਾ ਸੀ ਆਪਣੇ ਚੇਲਿਆਂ ਨੂੰ, ਮੈਂ ਜਾ ਰਿਹਾ, ਮੈਂ ਤੁਹਾਡੇ ਲਈ ਪਵਿੱਤਰ ਆਤਮਾ ਨੂੰ ਭੇਜੂੰਗਾ। ਅੱਜ ਯੀਸ਼ੂ ਮਸੀਹ ਵੀ ਦੇਹ ਧਾਰੀ ਆ, ਦੁਬਾਰਾ ਦੇਹ ਧਾਰ ਲਈ ਉਹਨੇ। ਕਾਹਦੇ ਵਿੱਚ? ਆਪਣੀ ਦੁਲਹਨ ਦੇ ਵਿੱਚ ਉਹਨੇ ਦੇਹ ਧਾਰੀ ਹੋਈ ਹੈ ਤੇ ਸ਼ੈਤਾਨ ਵੀ ਦੇਹ ਧਾਰੀ ਆ। ਸ਼ੈਤਾਨ ਨੇ ਵੀ ਦੇਹ ਧਾਰੀ ਹੋਈ। ਲੋਕਾਂ ਦੇ ਵਿੱਚ ਸ਼ੈਤਾਨ ਵੜਿਆ ਹੋਇਆ। ਉਹ ਵਚਨ ਨੂੰ ਮੰਨਣ ਨਹੀਂ ਦਿੰਦਾ। ਜੇ ਕਿਸ ਨੂੰ ਦੱਸਿਆ ਜਾਂਦਾ ਪ੍ਰਭੂ ਯੀਸ਼ੂ ਮਸੀਹ ਦੇ ਨਾਮ 'ਚ ਬਸਮਾ ਆ, ਰਸੂਲਾਂ ਦੀ ਸਿੱਖਿਆ ਸੱਚ ਸਿੱਖਿਆ ਆ, ਸ਼ੈਤਾਨ ਉਹਨਾਂ ਦੇ ਮਨ 'ਚ ਪਾਉਂਦਾ ਨਹੀਂ 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 ਨਹੀਂ, ਇਹਨਾਂ ਦੀ ਸਿੱਖਿਆ ਨਹੀਂ ਮੰਨਣੀ, ਇਹ ਸਿੱਖਿਆ ਗਲਤ ਆ। ਕਿੱਦਾਂ ਲੋਕ ਵਚਨ ਨੂੰ ਹੀ ਕੱਟੀ ਜਾਂਦੇ ਆ। ਪਤਰਸ ਨੂੰ ਲੋਕੀ ਸ਼ੈਤਾਨ ਕਹਿ ਦਿੰਦੇ ਆ, ਪਤਰਸ ਸ਼ੈਤਾਨ ਸੀਗਾ, ਲੇਕਿਨ ਉਹਨਾਂ ਨੂੰ ਇਹ ਨਹੀਂ ਪਤਾ ਰਸੂਲਾਂ ਦੇ ਕਰਤੱਵ 5 ਅਧਿਆਏ ਦੇ ਵਿੱਚ ਪਤਰਸ ਕੀ ਕਰ ਰਿਹਾ ਆ। ਉਹ ਹਨਨਿਆ ਸ਼ਫੀਰਾ ਨੂੰ ਕਹਿ ਰਿਹਾ ਆ, ਸ਼ੈਤਾਨ ਤੇਰੇ ਮਨ ਵਿੱਚ ਕਿਉਂ ਸਮਾਇਆ ਜੋ ਤੈਂ ਪਵਿੱਤਰ ਆਤਮਾ ਨਾਲ ਝੂਠ ਬੋਲੇ। ਤੇ ਆਪਣੇ ਬੋਲਾਂ ਦੇ ਅਨੁਸਾਰ ਜਦੋਂ ਪਵਿੱਤਰ ਆਤਮਾ ਪਤਰਸ ਵਿੱਚੋਂ ਬੋਲ ਰਿਹਾ ਤੇ ਪਵਿੱਤਰ ਆਤਮਾ ਦੇ ਬੋਲਣ ਦੇ ਅਨੁਸਾਰ ਹਨਨਿਆ ਤੇ ਸ਼ਫੀਰਾ ਦੋਨੋਂ ਮਾਰੇ ਗਏ। ਤੇ ਬਾਈਬਲ ਬਿਆਨ ਕਰਦੀ ਆ ਉਸ ਨਗਰ ਦੇ ਵਿੱਚ ਭੈ ਸਮਾ ਗਿਆ। ਤੇ ਲੋਕੀ ਕਹਿੰਦੇ ਪਤਰਸ ਦੇ ਅੰਦਰ ਸ਼ੈਤਾਨ ਸੀਗਾ। ਇਹਦਾ ਮਤਲਬ ਲੋਕਾਂ ਨੇ ਬਾਈਬਲ ਹੀ ਨਹੀਂ ਪੜ੍ਹੀ। ਲੋਕ ਬਾਈਬਲ ਹੀ ਨਹੀਂ ਪੜ੍ਹਦੇ। ਲੋਕਾਂ ਨੂੰ ਵਚਨ ਦੀ ਊੜਾ ਐੜਾ ਨਹੀਂ ਪਤਾ, ਵਚਨ ਦਾ ABCD ਨਹੀਂ ਪਤਾ। ਬਾਈਬਲਾਂ ਪੜੋ, ਜਿਨ੍ਹਾਂ ਨੂੰ ਬਪਤਿਸਮਾ ਕਲੀਅਰ ਕਰਨਾ, ਰਸੂਲਾਂ ਦੇ ਕਰਤੱਵ ਪੜੋ ਤਾਂ ਕਿ ਤੁਹਾਨੂੰ ਬੈਪਟਾਈਜ਼ ਕਲੀਅਰ ਹੋ ਜਾਵੇ ਵੀ ਯੀਸ਼ੂ ਮਸੀਹ ਕੌਣ ਸੀਗਾ, ਪਵਿੱਤਰ ਆਤਮਾ ਕਿਹਦੇ ਅੰਦਰ ਆਇਆ ਸਭ ਤੋਂ ਪਹਿਲਾਂ। ਜੇ ਬਾਈਬਲ ਨਹੀਂ ਕੋਈ ਪੜੂਗਾ ਉਹਨੂੰ ਸਮਝ ਵੀ ਨਹੀਂ ਲੱਗਣੀ। ਹੁਣ ਇਸ ਕਰਕੇ ਖੁਦਾ ਕਹਿੰਦਾ ਵੀ ਹੇ ਬੁਰਿਆਰੋ ਮੇਰੇ ਕੋਲ ਦੂਰ ਚਲੇ ਜਾਓ। ਬੁਰਿਆਰ ਖੁਦਾ ਦੇ ਕੋਲ ਨਹੀਂ ਆ ਸਕਦੇ, ਉਹਨੇ ਭਜਾ ਦੇਣੇ ਆ ਬੁਰਿਆਰ। ਇਹ ਬੁਰਿਆਰ ਕੌਣ ਹਨ? ਚਮਤਕਾਰ ਕਰਨ ਵਾਲੇ, ਭਵਿੱਖਬਾਣੀਆਂ ਕਰਨ ਵਾਲੇ, ਵੱਡੇ ਵੱਡੇ ਚੰਬੇ ਕਰਨ ਵਾਲੇ, ਇਹ ਬੁਰਿਆਰ ਨੇ। ਜੇ ਕੋਈ ਖੁਦਾ ਦੀ ਮਰਜ਼ੀ ਦੇ ਵਿੱਚ ਨਹੀਂ ਚੱਲਦਾ ਤੇ ਉਹ ਫਿਰ ਕੁਛ ਵੀ ਨਹੀਂ ਆ। ਯੀਸ਼ੂ ਮਸੀਹ ਦੇ 82 ਚੇਲੇ ਸੀ, 12 ਤੋਂ ਇਲਾਵਾ ਵੀ, ਮਤਲਬ 12 ਚੇਲੇ ਤੇ 70 ਚੇਲੇ, 82 ਚੇਲੇ ਹੋ ਗਏ। 70 ਤੇ 12 82, 82 ਚੇਲੇ ਸੀ ਤੇ 70 ਚੇਲੇ ਉਹਨੂੰ ਛੱਡ ਕੇ ਚਲੇ ਗਏ। ਤੇ ਉਹ ਫਿਰ ਉਹਨਾਂ ਨੂੰ ਕਹਿੰਦਾ ਕਿ ਤੁਸੀਂ ਵੀ ਮੈਨੂੰ ਛੱਡ ਕੇ ਜਾਣਾ ਚਾਹੁੰਦੇ ਹੋ। ਲੇਕਿਨ ਉਹਨਾਂ ਨੇ ਕਿਹਾ, ਹੇ ਪ੍ਰਭੂ ਜੀਵਨ ਦੀ ਗੱਲਾਂ ਤਾਂ ਤੇਰੇ ਕੋਲ ਹਨ, ਅਸੀਂ ਕਿੱਥੇ ਜਾਈਏ। ਉਹ ਛੱਡ ਕੇ ਨਹੀਂ ਗਏ ਕਿਉਂਕਿ ਉਹਨਾਂ ਨੂੰ ਪਤਾ ਸੀਗਾ ਉਹ ਕੌਣ ਸੀ, ਖੁਦਾ ਦੇ ਚੁਣੇ ਹੋਏ ਲੋਕ ਸੀਗੇ। ਉਹ ਕਹਿੰਦੇ ਪ੍ਰਭੂ ਜੀ ਜੀਵਨ ਦੀ ਗੱਲਾਂ ਤੇਰੇ ਕੋਲ ਹਨ, ਅਸੀਂ ਕਿੱਥੇ ਜਾਈਏ। ਤੇ ਅੱਜ ਅਸੀਂ ਕੀ ਵੇਖ ਰਹੇ ਹਾਂ? ਅੱਜ ਲੋਕ ਕਹਿੰਦੇ ਅਸੀਂ ਖੁਦਾ ਦੇ ਬੱਚੇ ਹਾਂ, ਚੇਲੇ ਹਾਂ। ਖੁਦਾ ਦੇ ਬੱਚਿਆਂ ਨੂੰ ਇਹ ਨਹੀਂ ਪਤਾ ਵੀ ਉਹ ਇੱਕੋ ਹੀ ਖੁਦਾ ਆ, ਉਹ 2 ਜਾਂ 3 ਨਹੀਂ ਆ, ਇੱਕੋ ਹੀ ਖੁਦਾ ਆ ਉਹ। ਅੱਜ ਲੋਕਾਂ ਨੂੰ ਇਹ ਨਹੀਂ ਪਤਾ ਲੱਗਦਾ। ਇਹਦਾ ਮਤਲਬ ਵੀ ਉਹ ਲੋਕ ਵਿਚਾਰੇ ਗੜਬੜੀ 'ਚ ਪਏ ਹੋਏ ਆ। ਉਹ ਕੋਈ ਹੋਰ ਹੀ ਸਿੱਖਿਆ ਉਹਨਾਂ ਨੇ ਧਾਰ ਲਈ ਹੈ ਜਿਹੜੀ ਉਹਨਾਂ ਨੂੰ ਸਮਝ ਨਹੀਂ ਲੱਗ ਰਹੀ। ਲੇਕਿਨ ਵਚਨ ਤਾਂ ਸਾਫ਼ ਸਪਸ਼ਟ ਕਰਦਾ ਹੈ, ਇੱਕੋ ਹੀ ਪ੍ਰਭੂ, ਇੱਕੋ ਹੀ ਨਿਹਚਾ ਤੇ ਇੱਕੋ ਹੀ ਬਪਤਿਸਮਾ। ਬਾਈਬਲ ਕਿਤੇ ਵੀ ਬਿਆਨ ਨਹੀਂ ਕਰਦੀ ਵੀ 2 ਖੁਦਾ ਆ, 3 ਖੁਦਾ ਆ ਤੇ ਮਰੀਮ ਅਲੱਗ ਬੈਠੀ ਹੈ ਉਹਦੀ ਮੰਮੀ। ਕਿਤੇ ਵੀ ਨਹੀਂ ਲਿਖਿਆ ਗਿਆ ਵੀ ਮਾਤਾ ਮਰੀਮ ਦੀ ਅਲੱਗ ਕਿਤੇ ਕੁਰਸੀ ਲੱਗੀ ਹੈ, ਸਿੰਘਾਸਨ ਲੱਗਾ ਹੈ। ਅਸੀਂ ਬਾਈਬਲ 'ਚ ਜਦੋਂ ਵੀ ਪੜ੍ਹਦੇ ਹਾਂ, ਪੂਰੀ ਬਾਈਬਲ ਵਿੱਚ ਇੱਕੋ ਹੀ ਸਿੰਘਾਸਨ ਆ ਜਿਹਦੇ ਵਿੱਚ ਖੁਦਾ ਵਿਰਾਜਮਾਨ ਆ। ਸਿੰਘਾਸਨ ਦੇ ਉੱਪਰ ਖੁਦਾ ਬੈਠਾ ਆ। ਤੇ ਅੱਜ ਖੁਦਾ ਹੈ ਕਿੱਥੇ ਆ? ਅੱਜ ਖੁਦਾ ਆਪਣੇ ਵਚਨ ਦੇ ਵਿੱਚ ਆ ਤੇ ਜਿਹਦੇ ਵਿੱਚ ਵਚਨ ਆ ਉਹਦੇ ਵਿੱਚ ਖੁਦਾ ਆ। ਤੇ ਇਸ ਕਰਕੇ ਯੀਸ਼ੂ ਮਸੀਹ ਕਹਿੰਦਾ ਸੀਗਾ ਮਨੁੱਖ ਦੇ ਪੁੱਤਰ ਦੇ ਖਿਲਾਫ ਕਹੀ ਗਈ ਗੱਲ ਦੀ ਮਾਫੀ ਆ, ਲੇਕਿਨ ਪਵਿੱਤਰ ਆਤਮਾ ਦੇ ਖਿਲਾਫ ਕਹੀ ਗਈ ਗੱਲ ਦੀ ਕੋਈ ਵੀ ਮਾਫੀ ਨਹੀਂ ਹੈ। ਜੇ ਅੱਜ ਕੋਈ ਉਹਦੇ ਸੱਚੇ ਲੋਕਾਂ ਦੇ ਖਿਲਾਫ ਕੁਝ ਬੋਲਦਾ ਆ, ਉਹਨੂੰ ਕੋਈ ਮਾਫੀ ਨਹੀਂ ਆ। ਜਿਹੜੇ ਲੋਕ ਇਸ ਪ੍ਰਚਾਰ ਨੂੰ ਸੁਣ ਰਹੇ ਨੇ ਉਹ ਲੋਕ ਬਾਈਬਲ ਪੜ੍ਹਨ ਧਿਆਨ ਦੇ ਨਾਲ, ਰਸੂਲਾਂ ਦੇ ਕਰਤੱਵ ਨੂੰ ਪੜ੍ਹਨ ਵੀ ਪ੍ਰਭੂ ਕਿਹਨਾਂ ਦੇ ਨਾਲ ਗੱਲਾਂ ਕਰਦਾ ਸੀ। ਗੁਪਤ ਭੇਤਾਂ ਦੀ ਸਮਝ ਦਿੱਤੀ ਕਿਹਨੂੰ ਗਈ ਸੀਗੀ? 70 ਨੂੰ ਜਾਂ 12 ਨੂੰ? ਉਹਨਾਂ ਚੇਲਿਆਂ ਨੂੰ।
आओ ਅਸੀਂ ਕੱਢਾਂਗੇ ਮਰਕੁਸ 4 ਦੀ 10। ਮਰਕੁਸ 4 ਦੀ 10, ਮਰਕੁਸ 4 ਦੀ 10 ਦੇ ਵਿੱਚ ਉਹ ਕਲੀਅਰ ਕਰ ਰਿਹਾ, ਕਿਉਂਕਿ ਚੇਲੇ ਕਹਿੰਦੇ ਸੀ ਪ੍ਰਭੂ ਜੀ ਤੂੰ ਲੋਕਾਂ ਨਾਲ ਦੁਸ਼ਟਾਂਤਾਂ 'ਚ ਗੱਲਾਂ ਕਿਉਂ ਕਰਦਾ ਆ, ਸਵਾਲ ਕਰ ਰਹੇ ਸੀਗੇ। ਤੇ ਪ੍ਰਭੂ ਕੀ ਕਹਿ ਰਿਹਾ ਉਹਨਾਂ ਨੂੰ, ਮਰਕੁਸ 4 ਦੀ 10 'ਚ ਅਸੀਂ ਪੜਾਂਗੇ, ਜਾਂ ਉਹ ਇਕਾਂਤ ਵਿੱਚ ਸੀ ਤਾਂ ਜਿਹੜੇ ਉਸ ਦੇ ਨਾਲ ਕੋਲ ਸਨ ਉਹਨਾਂ ਨੇ 12 ਚੇਲਿਆਂ ਨਾਲ ਮਿਲ ਕੇ ਦ੍ਰਿਸ਼ਟਾਂਤਾਂ ਦਾ ਅਰਥ ਉਸ ਨੂੰ ਪੁੱਛਿਆ। ਉਸਨੇ ਮਰਕੁਸ 4 ਦੀ 10 'ਚ ਲਿਖਿਆ, ਉਸਨੇ ਉਹਨਾਂ ਨੂੰ ਕਿਹਾ ਪਰਮੇਸ਼ਵਰ ਦੇ ਖੁਦਾ ਦੇ ਰਾਜ ਦੇ ਭੇਤ ਦੀ ਸਮਝ ਤੁਹਾਨੂੰ ਦਿੱਤੀ ਗਈ ਹੈ। ਕਹਿੰਦਾ ਭੇਤਾਂ ਦੀ ਜਿਹੜਾ ਰਾਜ ਦੇ ਭੇਤ ਆ ਉਹਦੀ ਸਮਝ ਤੁਹਾਨੂੰ ਦਿੱਤੀ ਗਈ ਹੈ। ਉਹਨਾਂ ਨੂੰ ਕਿਹਾ ਪਰਮੇਸ਼ਵਰ ਦੇ ਰਾਜ ਦਾ ਭੇਤ ਤੁਹਾਨੂੰ ਦਿੱਤਾ ਗਿਆ ਹੈ, ਪਰ ਜਿਹੜੇ ਬਾਹਰ ਹਨ ਉਹਨਾਂ ਲਈ ਸਾਰੀਆਂ ਗੱਲਾਂ ਦ੍ਰਿਸ਼ਟਾਂਤਾਂ ਵਿੱਚ ਹੁੰਦੀਆਂ ਹਨ। ਕਹਿੰਦਾ ਇਹ ਸਮਝ ਤੁਹਾਨੂੰ ਦਿੱਤੀ, ਲੇਕਿਨ ਬਾਕੀਆਂ ਦੇ ਲਈ ਸਭ ਦ੍ਰਿਸ਼ਟਾਂਤੀ ਆ। ਉਹ ਵੇਖਦੇ ਹੋਏ ਤਾਂ ਵੇਖਣ ਪਰ ਬੁੱਝਣ ਨਹੀਂ। ਯੀਸ਼ੂ ਮਸੀਹ ਪ੍ਰਚਾਰ ਕਰਦਾ ਸੀਗਾ, ਸਾਰੇ ਚਿੰਨ ਚਮਤਕਾਰ ਕਰ ਰਿਹਾ ਸੀ, ਲੇਕਿਨ ਫੱਕੀ ਫਰੀਸਿਆਂ ਦੇ ਸਮਝ ਹੀ ਨਹੀਂ ਸੀ ਲੱਗਦੀ। ਉਹਨੂੰ ਕਹਿੰਦੇ ਇਹਦੇ ਅੰਦਰ ਭੂਤ ਆ। ਖੁਦਾ ਨੇ ਬੋਧੀ ਬੰਦ ਕਰ ਦਿੱਤੀ ਸੀ ਉਹਨਾਂ ਦੀ, ਅਤੇ ਸੁਣਦੇ ਹੋਏ ਸੁਣਨ ਪਰ ਸਮਝਣ ਨਹੀਂ, ਮਤੇ ਉਹ ਮੁੜ ਆਉਣ ਅਤੇ ਉਹਨਾਂ ਨੂੰ ਮਾਫੀ ਮਿਲੇ। ਅੱਜ ਵੀ ਇਸੇ ਤਰ੍ਹਾਂ ਹੀ ਹੈ। ਪ੍ਰਭੂ ਕਹਿੰਦਾ ਗੁਪਤ ਭੇਦਾਂ ਦੀ ਸਮਝ ਚੇਲਿਆਂ ਨੂੰ ਦਿੱਤੀ ਗਈ ਸੀ, ਤੇ ਚੇਲਿਆਂ ਤੋਂ ਅੱਗੇ ਜਿਹੜੇ ਉਹਦੇ ਹੋਰ ਲੋਕ ਤਿਆਰ ਹੋਏ ਆ ਸੀ ਯੁੱਗ ਦੇ ਵਿੱਚ, ਜਿਹੜੇ ਚੇਲਿਆਂ ਦੀ ਸਿੱਖਿਆ ਨੂੰ ਮੰਨਦੇ ਆ, ਉਹਨਾਂ ਨੂੰ ਗੁਪਤ ਭੇਦਾਂ ਦੀ ਸਮਝ ਆ। ਅੱਜ ਸਾਨੂੰ ਤੇ ਤੁਹਾਨੂੰ ਗੁਪਤ ਭੇਦਾਂ ਦੀ ਸਮਝ ਆ, ਲੇਕਿਨ ਸੰਸਾਰ ਨੂੰ ਨਹੀਂ ਆ। ਮਿਸ਼ਨਾਂ ਡਿਨੋਮੀਨੇਸ਼ਨ ਚਰਚਾ ਨੂੰ ਇਹਦੀ ਸਮਝ ਨਹੀਂ ਆ, ਕਿਉਂਕਿ ਉਹਨਾਂ ਦੀ ਅੱਖਾਂ ਖੁਦਾ ਨੇ ਬੰਦ ਕਰ ਦਿੱਤੀ ਆ। ਉਹ ਵੇਖਦੇ ਹੋਏ ਤਾਂ ਵੇਖਣ, ਲੇਕਿਨ ਕੁਝ ਵੀ ਬੁੱਝਣ ਨਾ। ਕਹਿੰਦਾ ਉਹ ਵੇਖਦੇ ਹੋਏ ਵੇਖਣ ਪਰ ਕੁਝ ਵੀ ਬੁੱਝਣ ਨਹੀਂ, ਸੁਣਦੇ ਹੋਏ ਸੁਣਨ ਪਰ ਸਮਝਣ ਨਹੀਂ। ਅੱਜ ਲੋਕਾਂ ਨੂੰ ਇਹ ਪ੍ਰਚਾਰ ਹੀ ਨਹੀਂ ਸਮਝ ਲੱਗਦਾ, ਐਂਡ ਟਾਈਮ ਮੈਸੇਜ ਦਾ ਪ੍ਰਚਾਰ ਕੀ ਆ, ਰਸੂਲਾਂ ਦੀ ਸਿੱਖਿਆ ਕੀ ਆ, ਬੈਪਟਾਈਜ਼ ਕੀ ਆ, ਕਿਸੇ ਨੂੰ ਕੁਝ ਨਹੀਂ ਸਮਝ ਲੱਗਦੀ, ਕਿਉਂਕਿ ਅੰਨੇ ਕਰ ਦਿੱਤੇ ਖੁਦਾ ਨੇ ਲੋਕ। ਉਹ ਕਹਿੰਦਾ ਮਤੇ ਸਮਝਣ ਤੇ ਮੁੜ ਆਉਣ ਤੇ ਮੈਂ ਉਹਨਾਂ ਨੂੰ ਮਾਫ ਕਰਾਂ, ਕਿਉਂਕਿ ਪ੍ਰਭੂ ਨੇ ਆਪਣੇ ਛੋਟੇ ਝੁੰਡ ਨੂੰ ਲੈਣ ਆਣਾ, ਜਿਹਦਾ ਨਾਮ ਦੁਲਹਨ ਹੈ, ਲਾੜੀ ਆ, ਉਹਨੂੰ ਲੈਣ ਆਣਾ ਖੁਦਾ ਨੇ। ਤੇ ਅਸੀਂ ਵੇਖਦੇ ਮੱਤੀ 7:21 ਚ ਕੀ ਲਿਖਿਆ ਸੀਗਾ, ਕਿੱਦਾਂ ਪ੍ਰਭੂ ਕਹਿੰਦਾ ਹੇ ਬੁਰਿਆਰੋ ਮੇਰੇ ਕੋਲ ਦੂਰ ਚਲੇ ਜਾਓ। ਉਹ ਲੋਕ ਤਾਂ ਆਪਣੇ ਸੇਫ ਸਾਈਡ ਰੱਖ ਰਹੇ ਆ, ਪ੍ਰਭੂ ਦੇਖ ਅਸੀਂ ਤੇਰੇ ਨਾਮ 'ਚ ਆ ਕੀਤਾ, ਤੇਰੇ ਨਾਮ 'ਚ ਉਹ ਕੀਤਾ। ਕਹਿੰਦਾ ਹੇ ਬੁਰਿਆਰੋ ਮੇਰੇ ਕੋਲ ਦੂਰ ਚਲੇ ਜਾਓ। ਫਿਰ ਖੁਦਾ ਦੇ ਕਿਹੜਾ ਝੁੰਡਾ ਜਿਹਨੇ ਸਿੰਘਾਸਨ ਤੇ ਬਹਿਣਾ ਆ, ਉਹ ਉਹਦੀ ਦੁਲਹਨ ਤੇ ਉਹਦੀ ਲਾੜੀ ਆ। ਗੁਪਤ ਭੇਤਾਂ ਦੀ ਸਮਝ ਚੇਲਿਆਂ ਨੂੰ ਦਿੱਤੀ ਗਈ ਸੀ। ਜਦੋਂ ਪਵਿੱਤਰ ਆਤਮਾ ਪੈਂਤੇਕੋਸਤ ਦੇ ਦਿਨ ਉਤਰਿਆ, ਉਹਦੇ ਚੇਲਿਆਂ ਨੂੰ ਉਹ ਸਮਝ ਦਿੱਤੀ ਗਈ, ਉਹ ਬੁੱਧ ਦਿੱਤੀ ਗਈ, ਪਵਿੱਤਰ ਆਤਮਾ ਦਿੱਤਾ ਗਿਆ। ਤੇ ਪਤਰਸ ਨੇ ਕੀ ਕਿਹਾ ਪਵਿੱਤਰ ਆਤਮਾ ਪਾਉਂਦੇ ਸਾਰ? ਉਹ ਕਹਿੰਦਾ ਅਸੀਂ ਸ਼ਰਾਬ ਨਹੀਂ ਪੀਤੀ। ਯੋਏਲ ਨਬੀ ਦੀ ਭਿਸ਼ਵਾਣੀ ਪੂਰੀ ਹੋਈ ਆ। ਫਿਰ ਉਹ ਕਹਿੰਦਾ ਆਪਣੇ ਆਪਣੇ ਗੁਨਾਹ ਪਾਪਾਂ ਦੀ ਮਾਫੀ ਦੇ ਲਈ ਪ੍ਰਭੂ ਯੀਸ਼ੂ ਮਸੀਹ ਦੇ ਨਾਮ ਦੇ ਵਿੱਚ ਬੈਪਟਾਈਜ਼ ਲਓ, ਤਾਂ ਪਵਿੱਤਰ ਆਤਮਾ ਦਾ ਦਾਨ ਪਾਓਗੇ। ਇੱਥੇ ਉਤਰਿਆ ਸੀ ਪਵਿੱਤਰ ਆਤਮਾ, ਗੈਰ ਭਾਸ਼ਾ ਪਵਿੱਤਰ ਆਤਮਾ ਨਹੀਂ ਆ। ਜੇ ਲੋਕ ਕਹਿੰਦੇ ਗੈਰ ਭਾਸ਼ਾ ਪਵਿੱਤਰ ਆਤਮਾ ਹੈ, ਜਿਨ੍ਹਾਂ ਦੇ ਅੰਦਰ ਦੁਸ਼ਟ ਆਤਮੇ ਹੁੰਦੇ ਉਹ ਵੀ ਗੈਰ ਭਾਸ਼ਾ ਬੋਲੀ ਜਾਂਦੇ ਆ। ਬਾਈਬਲ ਪੜ੍ਹ ਕੇ ਪਤਾ ਲੱਗਣਾ ਵੀ ਪਵਿੱਤਰ ਆਤਮਾ ਕਿਹੜੀ ਕਲੀਸਿਆ ਤੇ ਉਤਰਿਆ ਸੀ, ਕਿੱਥੇ ਉਤਰਿਆ ਸੀਗਾ, ਤੇ ਪਵਿੱਤਰ ਆਤਮਾ ਦੇ ਨਾਲ ਭਰ ਕੇ ਫਿਰ ਜਿਹੜੇ ਪਤਰਸ ਨੂੰ ਲੋਕ ਕਹਿੰਦੇ ਇਹਦੇ ਅੰਦਰ ਤਾਂ ਸ਼ੈਤਾਨ ਸੀ, ਯੀਸ਼ੂ ਮਸੀਹ ਕਹਿੰਦਾ ਸ਼ੈਤਾਨ ਮੇਰੇ ਤੋਂ ਪਿੱਛੇ ਹਟ। ਇਹ ਵੀ ਸਮਝੋ ਵੀ ਯੀਸ਼ੂ ਮਸੀਹ ਨੇ ਕਦੋਂ ਕਿਹਾ ਸੀ ਸ਼ੈਤਾਨ ਮੇਰੇ ਤੋਂ ਪਿੱਛੇ ਹਟ? ਜਦੋਂ ਯੀਸ਼ੂ ਮਸੀਹ ਧਰਤੀ ਤੇ ਸੀਗਾ, ਪਵਿੱਤਰ ਆਤਮਾ ਨਹੀਂ ਘੱਲਿਆ ਗਿਆ ਸੀਗਾ। ਉਹ ਸਭ ਸਰੀਰ ਦੇ ਵਿੱਚ ਸੀਗੇ, ਪ੍ਰਭੂ ਦੀ ਗੱਲਾਂ ਨੂੰ ਪੂਰੀ ਤਰ੍ਹਾਂ ਸਮਝ ਨਹੀਂ ਸੀ ਪਾਉਂਦੇ ਉਹ, ਲੇਕਿਨ ਗੁਪਤ ਭੇਤਾਂ ਦੀ ਸਮਝ ਉਹਨਾਂ ਨੂੰ ਦਿੱਤੀ ਗਈ ਸੀ। ਜਦੋਂ ਪਵਿੱਤਰ ਆਤਮਾ ਆਇਆ, ਸਾਰੇ ਗੁਪਤ ਭੇਦ ਖੁੱਲ ਗਏ। ਫਿਰ ਉਸ ਸਮੇਂ ਉਹਨਾਂ ਨੂੰ ਪਤਾ ਲੱਗ ਗਿਆ ਵੀ ਯੀਸ਼ੂ ਮਸੀਹ ਸੀਗਾ ਕੌਣ। ਉਹ ਜਾਣ ਗਏ, ਪਤਰਸ ਜਾਣ ਗਿਆ ਸੀ ਵੀ ਯੀਸ਼ੂ ਮਸੀਹ ਉਹੀ ਯਹੋਵਾ ਜਿਹੜਾ ਬੱਦਲ ਦੇ ਰੂਪ ਦੇ ਵਿੱਚ ਇਜ਼ਰਾਈਲੀਆਂ ਦੇ ਨਾਲ ਨਾਲ ਚੱਲਦਾ ਸੀਗਾ। ਪਤਰਸ ਨੂੰ ਪਤਾ ਲੱਗ ਗਿਆ, ਉਹਦੇ ਚੇਲਿਆਂ ਨੂੰ ਪਤਾ ਲੱਗ ਗਿਆ। ਉਹਨਾਂ ਨੇ ਮਾਰਾ ਖਾਧੀਆਂ, ਉਹਨਾਂ ਨੇ ਯੀਸ਼ੂ ਮਸੀਹ ਦੇ ਨਾਮ ਦਾ ਫਿਰ ਪ੍ਰਚਾਰ ਕੀਤਾ। ਉਹ ਜਾਣ ਗਏ ਸੀ ਯਹੋਵਾ ਦੇਹਧਾਰੀ ਹੋ ਕੇ ਸਾਡੇ ਵਿੱਚ ਰਿਹਾ, ਸਾਡੇ ਵਿੱਚ ਵਾਸ ਕੀਤਾ। ਉਹ ਸਮਝ ਗਏ ਸੀ। ਲੇਕਿਨ ਜਿਹੜੇ ਵੱਡੇ ਵੱਡੇ ਗਿਆਨੀ ਉਸ ਸਮੇਂ ਦੀ ਉਹ ਸਮਝੇ ਨਹੀਂ। ਅੱਜ ਵੀ ਜਿਹੜੇ ਵੱਡੇ ਵੱਡੇ ਗਿਆਨੀ ਉਹਨਾਂ ਨੂੰ ਬਪਟਾਈਜ਼ ਹੀ ਨਹੀਂ ਸਮਝ ਲੱਗਦੀ ਵੀ ਬਪਤਿਸਮਾ ਕਿਹਦੇ ਨਾਮ ਦੇ ਵਿੱਚ ਹੈ। ਕੁਝ ਨਹੀਂ ਪਤਾ ਲੱਗਦਾ ਉਹਨਾਂ ਨੂੰ, ਕਿਉਂਕਿ ਘਮੰਡ ਤੇ ਗਿਆਨ ਆ, ਹਲੀਮੀ ਨਹੀਂ ਆ ਵੀ ਹਲੀਮੀ ਦੇ ਨਾਲ ਸਮਝ ਲੈਣ। ਉਹ ਕਹਿੰਦੇ 80 ਸਾਲ ਤੋਂ ਸੇਵਾ ਕਰਦਾ ਮੈਂ 50 ਸਾਲ ਤੋਂ ਸੇਵਾ ਕਰਦਾ, ਤੂੰ ਕੱਲ ਸੇਵਾ ਸ਼ੁਰੂ ਕਰਕੇ ਮੈਨੂੰ ਸਮਝਾਏਂਗਾ?
ਬਪਤਿਸਮਾ ਕਿਹਦੇ ਨਾਮ ਦੇ ਵਿੱਚ ਆ? ਅਸੀਂ ਯੀਸ਼ੂ ਮਸੀਹ ਦੀ ਗੱਲ ਮੰਨਣੀ ਆ, ਚੇਲਿਆਂ ਦੀ ਗੱਲ ਨਹੀਂ ਮੰਨਣੀ। ਤੇ ਯੀਸ਼ੂ ਮਸੀਹ ਕਿਸ ਨਾਲ ਡਾਇਰੈਕਟ ਗੱਲ ਨਹੀਂ ਕਰਦਾ, ਇਹ ਵੀ ਯਾਦ ਰੱਖਣਾ ਆ। ਯੀਸ਼ੂ ਮਸੀਹ ਆਪਣੇ ਚੇਲਿਆਂ ਨਾਲ ਗੱਲ ਕਰ ਰਿਹਾ ਸੀ ਜੋ ਧਰਤੀ ਤੇ ਆਇਆ। ਉਹਨੇ ਆਪਣੇ ਚੇਲੇ ਰੱਖੇ ਸੀਗੇ, ਆਪਣੇ ਚੇਲਿਆਂ ਦੇ ਨਾਲ ਉਹਨੇ ਗੱਲ ਕੀਤੀ, ਕਿਸੇ ਦੇ ਨਾਲ ਗੱਲ ਨਹੀਂ ਕੀਤੀ। ਕਿਉਂਕਿ ਅਸੀਂ ਪੜ੍ਹਿਆ ਹੀ ਆ ਮਰਕੋ 4 ਦੀ 10 ਵਿੱਚ ਸਾਫ਼ ਲਿਖਿਆ, ਗੁਪਤ ਭੇਤਾਂ ਦੀ ਸਮਝ ਤੁਹਾਨੂੰ ਦਿੱਤੀ ਗਈ ਆ, ਉਹਨਾਂ ਨੂੰ ਨਹੀਂ ਦਿੱਤੀ ਗਈ। ਚੇਲਿਆਂ ਦੇ ਉੱਪਰ ਪਵਿੱਤਰ ਆਤਮਾ ਉਤਰਿਆ। ਰਸੂਲਾਂ ਦੀ ਸਿੱਖਿਆ ਹੀ ਅਸਲੀ ਸਿੱਖਿਆ ਹੈ। ਸਾਡੇ ਯੁੱਗ ਦਾ ਨਬੀ ਭਾਈ ਬ੍ਰੈਨਮ ਆਇਆ, ਉਹਨੇ ਆਪਣੀ ਕੋਈ ਸਿੱਖਿਆ ਨਹੀਂ ਦਿੱਤੀ, ਉਹਨੇ ਰਸੂਲਾਂ ਦੀ ਸਿੱਖਿਆ ਦੇ ਨਾਲ ਸਾਨੂੰ ਜੋੜਿਆ, ਉਹਨੇ ਗੁਪਤ ਭੇਤਾਂ ਦਾ ਖੁਲਾਸਾ ਕੀਤਾ ਹੈ। ਸਾਡੇ ਯੁੱਗ ਦਾ ਨਬੀ ਜਿਹਦਾ ਨਾਮ ਭਾਈ ਵਿਲੀਅਮ ਮੈਰਿਨ ਬ੍ਰੈਨਮ ਸੀਗਾ, ਉਹਨੇ ਲੋਕਾਂ ਨੂੰ ਦੱਸਿਆ ਤੁਸੀਂ ਕਿੱਦਾਂ ਜੀਵਨ ਬਤੀਤ ਕਰਨਾ, ਕੀ ਕੁਝ ਕਰਨਾ। ਖੁਦਾ ਵੱਲੋਂ ਭੇਜਿਆ ਦੂਤ ਸੀਗਾ। ਤੇ ਅੱਜ ਲੋਕੀ ਕਹਿੰਦੇ ਜੀ ਉਹ ਸਿੱਖਿਆ ਰਸੂਲਾਂ ਦੀ ਸਿੱਖਿਆ ਗਲਤ ਆ। ਕਿੱਦਾਂ ਗਲਤ ਆ? ਸਾਬਿਤ ਕਰੇ ਕੋਈ ਕਿਸ ਤਰ੍ਹਾਂ ਗਲਤ ਆ ਰਸੂਲਾਂ ਦੀ ਸਿੱਖਿਆ। ਜਿੰਨੇ ਬੈਪਟਾਈਜ਼ ਹੋਏ ਆ ਪ੍ਰਭੂ ਯੀਸ਼ੂ ਮਸੀਹ ਦੇ ਨਾਮ ਦੇ ਵਿੱਚ ਹੋਏ ਆ, ਕਿਉਂਕਿ ਯੀਸ਼ੂ ਮਸੀਹ ਦੇ ਨਾਮ 'ਚ ਮੁਕਤੀ ਆ, ਹੋਰ ਕਿਸੇ ਨਾਮ 'ਚ ਮੁਕਤੀ ਨਹੀਂ। ਬਾਈਬਲ ਬਿਆਨ ਕਰਦੀ ਆ ਨਾ ਉੱਪਰ ਨਾ ਥੱਲੇ ਕੋਈ ਦੂਜਾ ਨਾਮ ਨਹੀਂ ਦਿੱਤਾ ਗਿਆ, ਕੋਈ ਨਾਮ ਦਿੱਤਾ ਗਿਆ ਜਿਹਦਾ ਨਾਮ ਪ੍ਰਭੂ ਯੀਸ਼ੂ ਮਸੀਹ ਆ। ਤੇ ਯੀਸ਼ੂ ਮਸੀਹ ਦੇ ਨਾਮ 'ਚ ਸਾਰੇ ਕੰਮ ਕਰਦੇ ਲੋਕ। ਪ੍ਰਾਰਥਨਾ ਯੀਸ਼ੂ ਮਸੀਹ ਦੇ ਨਾਮ 'ਚ ਕਰਦੇ ਆ, ਭੂਤ ਯੀਸ਼ੂ ਮਸੀਹ ਦੇ ਨਾਮ 'ਚ ਕੱਢਦੇ ਆ। ਫਿਰ ਜਿਹੜੇ ਪਾਸਟਰ ਭੂਤ ਕੱਢਦੇ ਆ ਉਹ ਪਿਤਾ ਪੁੱਤਰ ਕਹੀ ਜਾਣ, ਪਿਤਾ ਦੇ ਨਾਮ 'ਚ ਭੂਤ ਨਿਕਲ ਜਾ, ਕਦੇ ਨਹੀਂ ਨਿਕਲੂਗਾ। ਕਹੀ ਜਾਣ ਪੁੱਤਰ ਦੇ ਨਾਮ 'ਚ ਭੂਤ ਨਿਕਲ ਜਾ, ਪਵਿੱਤਰ ਆਤਮਾ ਦੇ ਨਾਮ 'ਚ। ਨਾਮ ਕੀ ਆ ਤਿੰਨਾਂ ਦਾ? ਨਾਮ ਸੀਗਾ, ਪਤਰਸ ਨੂੰ ਪਤਾ ਲੱਗ ਗਿਆ ਜਦੋਂ ਪਵਿੱਤਰ ਆਤਮਾ ਉਹਦੇ ਅੰਦਰ ਆ ਗਿਆ, ਉਹਨੂੰ ਨਾਮ ਦਾ ਪਤਾ ਲੱਗ ਗਿਆ ਵੀ ਨਾਮ ਪ੍ਰਭੂ ਯੀਸ਼ੂ ਮਸੀਹ ਆ। ਹੁਣ ਬਾਈਬਲ ਪੜ੍ਹਨੀ ਪੈਣੀ ਹੈ ਇਹਦੇ ਵਾਸਤੇ, ਰਸੂਲਾਂ ਦਾ ਕਰਤੱਵ ਪੜ੍ਹਨੇ ਪੈਣੇ, ਨया ਨਿਯਮ ਪੜ੍ਹਨਾ ਪੈਣਾ, ਫਿਰ ਸਮਝ ਲੱਗਣੀ ਆ ਵੀ ਬਾਈਬਲ ਕੀ ਆ, ਗੁਪਤ ਭੇਦ ਕੀ ਆ। ਹੁਣ ਜਿਹੜੇ ਲੋਕ ਆਪਣੇ ਗਿਆਨ 'ਚ ਵੜੇ ਹੋਏ ਉਹਨਾਂ ਨੂੰ ਨਹੀਂ ਸਮਝ ਲੱਗਣੀ ਵੀ ਬਾਈਬਲ ਕੀ ਬਿਆਨ ਕਰਦੀ ਹੈ। ਮੱਤੀ 5:6 ਦੇ ਵਿੱਚ ਲਿਖਿਆ ਆ, ਮੱਤੀ 5:6 ਦੇ ਵਿੱਚ ਲਿਖਿਆ ਆ, ਧੰਨ ਉਹ ਜਿਹੜੇ ਧਰਮ ਦੇ ਭੁੱਖੇ ਤੇ ਧਿਆਏ ਹਨ, ਕਿਉਂ ਜੋ ਉਹ ਰਜਾਏ ਜਾਣਗੇ। ਕਹਿੰਦਾ ਧੰਨ ਹੈ ਉਹ ਧਰਮ ਦੇ ਭੁੱਖੇ ਤੇ ਧਿਆਏ। ਹੁਣ ਕੌਣ ਆ ਧਰਮ ਦਾ ਭੁੱਖਾ ਤੇ ਧਿਆਇਆ? ਜਿਹਨੂੰ ਇਹ ਹੁੰਦਾ ਪ੍ਰਭੂ ਜੀ ਮੈਂ ਤੇਰੇ ਵਚਨ ਨੂੰ ਜਾਣਨਾ ਚਾਹਨਾ, ਤੇਰੇ ਵਚਨ ਨੂੰ ਜਾਣਨਾ ਚਾਹਨੀ ਆ। ਕਹਿੰਦਾ ਧੰਨ ਆ ਉਹ ਜਿਨ੍ਹਾਂ ਦੇ ਅੰਦਰ ਭੁੱਖ ਪਿਆਸ ਆ ਵੀ ਪ੍ਰਭੂ ਅਸੀਂ ਤੇਰੇ ਵਚਨ ਨੂੰ ਸਮਝਣਾ ਚਾਹੁੰਦੇ ਆ। ਹੁਣ ਜਿਹੜੇ ਕਹਿੰਦੇ ਸਾਨੂੰ ਸਭ ਪਤਾ, ਅਸੀਂ ਨਹੀਂ ਮੰਨਣਾ ਬਪਤਿਸਮਾ, ਅਸੀਂ ਨਹੀਂ ਮੰਨਦੇ ਯੀਸ਼ੂ ਮਸੀਹ ਨਾਮ 'ਚ ਵਸਮੇ ਨੂੰ, ਉਹਨਾਂ ਲੋਕਾਂ ਦੇ ਨਹੀਂ ਪੱਲੇ ਪੈਣੀ ਵੀ ਬਪਟਾਈਜ਼ ਕਿਹਦੇ ਨਾਮ ਦੇ ਵਿੱਚ ਆ। ਲੇਕਿਨ ਜਿਹੜੇ ਧਰਮ ਦੇ ਭੁੱਖੇ ਤੇ ਧਿਆਏ ਹਨ ਉਹੀ ਰਜਾਏ ਜਾਣਗੇ। ਭੁੱਖ ਪਿਆਸ ਹੋਣੀ ਚਾਹੀਦੀ ਆ ਵਚਨ ਨੂੰ ਸਮਝਣ ਦੇ ਲਈ, ਖੁਦਾ ਦੇ ਵਿੱਚ ਆਉਣ ਦੇ ਲਈ ਵੀ ਤੁਹਾਡੀ ਭੁੱਖ ਪਿਆਸ ਹੋਣੀ। ਜੇ ਤੁਹਾਨੂੰ ਭੁੱਖ ਪਿਆਸ ਨਹੀਂ ਆ ਤੇ ਰਜਾਏ ਕਿੱਦਾਂ ਜਾਓਗੇ? ਜਿਹਨੂੰ ਭੁੱਖ ਪਿਆਸ ਹੁੰਦੀ, ਜੇ ਬੰਦੇ ਨੂੰ ਭੁੱਖ ਲੱਗਦੀ ਆ ਤੇ ਉਹ ਖਾਣਾ ਮੰਗਦਾ ਆ, ਫਿਰ ਉਹ ਰੱਜ ਜਾਂਦਾ। ਇਸੇ ਤਰ੍ਹਾਂ ਵਚਨ ਦੀ ਵੀ ਭੁੱਖ ਪਿਆਸ ਹੋਣੀ ਚਾਹੀਦੀ ਹੈ। ਲੇਕਿਨ ਜੇ ਸ਼ੈਤਾਨ ਨੇ ਹੀ ਲੋਕਾਂ ਨੂੰ ਆਪਣਾ ਭੋਜਨ ਦੇ ਦੇ ਕੇ, ਦੋਗਲੀ ਸਿੱਖਿਆ ਦੇ ਕੇ ਰਜਾਇਆ ਹੋਇਆ, ਤੇ ਉਹ ਕਿੱਥੇ ਫਿਰ ਕਹਿਣਗੇ ਵੀ ਸਾਨੂੰ ਭੁੱਖ ਪਿਆਸ ਆ? ਉਹਨਾਂ ਨੇ ਉੱਥੇ ਸੰਤੁਸ਼ਟ ਹੋ ਜਾਣਾ। ਕਿਉਂਕਿ ਸ਼ੈਤਾਨ ਕੀ ਕਰਦਾ, ਇੱਕ ਮਨੁੱਖ ਨੂੰ ਚੱਕਦਾ ਆ, ਉਹਨੂੰ ਕਹਿੰਦਾ ਤੂੰ ਜੋ ਕਰ ਰਿਹਾ ਸਹੀ ਕਰ ਰਿਹਾ। ਉਹਨੂੰ ਵਚਨ ਦਾ ਭਾਵੇਂ ਊੜਾ ਐੜਾ ਨਾ ਪਤਾ ਹੋਵੇ ਬੰਦੇ ਨੂੰ, ਉਹਨੂੰ ਕਹਿੰਦੇ ਜੋ ਕਰ ਰਿਹਾ ਸ਼ੈਤਾਨ ਮਨ 'ਚ ਪਾ ਰਿਹਾ, ਤੂੰ ਹੀ ਆ ਮਸੀਹ ਬੰਦਾ, ਬਾਕੀ ਨਹੀਂ ਹੈਗੇ। ਉਹਦੇ ਮਨ 'ਚ ਏਦਾਂ ਪਾ ਕੇ ਉਹਨੂੰ ਖੜਾ ਕਰ ਦਿੰਦਾ ਆ, ਤੇ ਉਹ ਸੋਚਦਾ ਸ਼ਾਇਦ ਮੈਂ ਹੀ ਸੱਚਾ ਆ, ਉਹ ਕਿਸੇ ਦੀ ਸੁਣਦਾ ਹੀ ਨਹੀਂ ਫਿਰ। ਲੇਕਿਨ ਖੁਦਾ ਦਾ ਵਚਨ ਕਹਿੰਦਾ ਜਿਹੜੇ ਧਰਮ ਦੇ ਭੁੱਖੇ ਤੇ ਧਿਆਏ ਹਨ ਉਹ ਰਜਾਏ ਜਾਣਗੇ। ਭੁੱਖੇ ਤੇ ਪਿਆਸ ਵੀ ਹੋਣੀ ਚਾਹੀਦੀ ਇੱਕ ਮਨੁੱਖ ਦੇ ਅੰਦਰ ਵਚਨ ਨੂੰ ਸਮਝਣ ਦੇ ਲਈ, ਫਿਰ ਖੁਦਾ ਉਹਨੂੰ ਤ੍ਰਿਪਤ ਕਰੇਗਾ। ਚੇਲੇ ਉਹਦੇ ਨਾਲ ਨਾਲ ਰਹਿੰਦੇ ਸੀਗੇ ਕਿਉਂਕਿ ਉਹ ਭੁੱਖੇ ਤੇ ਧਿਆਏ ਸੀ ਵਚਨ ਦੇ ਲਈ, ਉਹਨਾਂ ਅੰਦਰ ਭੁੱਖ ਪਿਆਸ ਸੀਗੀ ਤੇ ਖੁਦਾ ਨੇ ਪਵਿੱਤਰ ਆਤਮਾ ਦੇ ਕੇ ਉਹਨਾਂ ਨੂੰ ਤ੍ਰਿਪਤ ਕੀਤਾ। ਇਸ ਤਰ੍ਹਾਂ ਚਾਹੀਦਾ ਪ੍ਰਭੂ ਨੂੰ, ਇਹੋ ਜਿਹੇ ਲੋਕ ਚਾਹੀਦੇ। ਰਸੂਲਾਂ ਦੇ ਕਰਤੱਵ ਕੱਢਾਂਗੇ 5:1। ਹੁਣ ਅਸੀਂ ਰਸੂਲਾਂ ਦੇ ਕਰਤੱਵ ਪੜ੍ਹਦੇ ਹਾਂ। ਹਨਨਿਆ ਤੇ ਸ਼ਫੀਰਾ ਦਾ ਛਲ ਤੇ ਸਜ਼ਾ। ਤਾਂ ਹਨਨਿਆ ਨਾਮੇ ਇੱਕ ਮਨੁੱਖ ਨੇ ਆਪਣੀ ਤੀਵੀ ਸ਼ਫੀਰਾ ਨਾਲ ਮਿਲ ਕੇ ਮਿਲਕ ਵੇਚੀ, ਜ਼ਮੀਨ ਵੇਚੀ, ਜਾਇਦਾਦ ਵੇਚੀ ਅਤੇ ਉਸ ਦੇ ਮੁੱਲ ਵਿੱਚੋਂ ਕੁਝ ਰੱਖ ਛੱਡਿਆ ਜੋ ਉਸ ਦੀ ਤੀਵੀ ਵੀ ਜਾਣਦੀ ਸੀ, ਔਰ ਕੁਝ ਲਿਆ ਤੇ ਰਸੂਲਾਂ ਦੇ ਚਰਨਾਂ ਉੱਤੇ ਧਰਿਆ। ਤਦ ਪਤਰਸ ਨੇ ਆਖਿਆ, ਹਨਨਿਆ ਸ਼ੈਤਾਨ ਤੇਰੇ ਮਨ ਵਿੱਚ ਕਿਉਂ ਸਮਾਇਆ? ਜਾਂ ਤਾਂ ਦੋ ਨਾ, ਜਾਂ ਫਿਰ ਖੁਦਾ ਦਾ ਝੂਠ ਨਾ ਬੋਲੋ। ਇੱਥੇ ਕੀ ਹੋਇਆ? ਝੂਠ ਬੋਲਿਆ ਗਿਆ ਵੀ ਅਸੀਂ ਜ਼ਮੀਨ ਇੰਨੇ ਨੂੰ ਹੀ ਵੇਚੀ ਆ, ਇਹ ਨਹੀਂ ਦੱਸਿਆ ਵੀ ਜ਼ਮੀਨ ਬੜੀ ਮਹਿੰਗੀ ਵਿਕ ਗਈ ਆ। ਤੇ ਕੀ ਹੋ ਰਿਹਾ? ਰਸੂਲਾਂ ਦੇ ਨਾਲ, ਚੇਲੇ ਦੇ ਨਾਲ, ਪਤਰਸ ਦੇ ਨਾਲ ਝੂਠ ਬੋਲਿਆ ਜਾ ਰਿਹਾ ਆ।
ਉਸ ਉਹਦੇ ਬੰਦਾ ਹੀ, ਇਹਨੂੰ ਕਿਹੜਾ ਪਤਾ ਲੱਗਣਾ, ਜੋ ਹੈਗਾ ਰਹਿੰਦ ਖੁੰਦ ਦੇ ਦਿੰਦੇ ਇਹਨੂੰ ਕੀ ਪਤਾ ਲੱਗਣਾ, ਪ੍ਰਾਰਥਨਾ ਕਰਵਾ ਲੈਂਦੇ ਬਸ, ਠੀਕ ਆ। ਜੋ ਅੱਜ ਕੱਲ ਚੱਲਦਾ ਆ, ਖੁਦਾ ਦਾ ਵਚਨ ਕਹਿੰਦਾ ਕੋਈ ਮੈਨੂੰ ਠੱਗ ਨਹੀਂ ਸਕਦਾ, ਨਾ ਦਸ਼ਮਾਂਸ਼ਾਂ ਵਿੱਚ ਨਾ ਭੇਟਾਂ ਵਿੱਚ ਕੋਈ ਠੱਗ ਸਕਦਾ। ਜੇ ਠੱਗਦਾ ਤੇ ਫਿਰ ਖੁਦਾ ਵੱਲੋਂ ਕੋਈ ਬਰਕਤ ਨਹੀਂ ਹੈ ਉਹਦੇ ਲਈ। ਤੇ ਇੱਥੇ ਕੀ ਹੋ ਰਿਹਾ ਹੈ ਹੁਣ, ਇਹੀ ਪਤਰਸ ਜਿਹਨੂੰ ਲੋਕ ਕਹਿੰਦੇ ਸੀ ਵੀ ਇਹ ਅਸੀਂ ਰਸੂਲਾਂ ਦੀ ਸਿੱਖਿਆ ਨੂੰ ਨਹੀਂ ਮੰਨਣਾ, ਫਿਰ ਪਤਰਸ ਦੇ ਅੰਦਰ ਕਿਹੜਾ ਆਤਮਾ, ਫਿਰ ਬਾਈਬਲ ਝੂਠ ਬੋਲਦੀ ਆ। ਬਾਈਬਲ ਦੇ ਰਸੂਲਾਂ ਦੇ ਕਰਤਰ 5 ਅਧਿਆਇ ਪਰ ਝੂਠ ਲਿਖ ਦਿੱਤਾ। ਜਿਨ੍ਹਾਂ ਜਿਹੜੇ ਵੀ ਸੁਣ ਰਹੇ ਇਸ ਵਚਨ ਨੂੰ, ਦੇਖੋ ਕੀ ਹੋ ਰਿਹਾ। ਤਦ ਪਤਰਸ ਨੇ ਆਖਿਆ, ਹਨਨਿਆ ਸ਼ੈਤਾਨ ਤੇਰੇ ਮਨ ਵਿੱਚ ਕਿਉਂ ਸਮਾਇਆ, ਜੋ ਤੂੰ ਪਵਿੱਤਰ ਆਤਮਾ ਦੇ ਨਾਲ ਝੂਠ ਬੋਲੇ। ਹੁਣ ਇਹ ਕਿਨੇ, ਇਹ ਬਾਈਬਲ 'ਚ ਲਿਖਿਆ, ਕਿਸੇ ਮਨੁੱਖ ਨੇ ਆਪਣੇ ਆਪ ਨਹੀਂ ਲਿਖਤਾ ਹੈ, ਪਵਿੱਤਰ ਆਤਮਾ ਦੀ ਲਿਖਤ ਆ ਪੂਰੀ ਬਾਈਬਲ। ਕੌਣ ਕੱਟੂਗਾ ਇਹਨੂੰ? ਹੁਣ ਪਤਰਸ ਦੇ ਅੰਦਰ ਪਵਿੱਤਰ ਆਤਮਾ ਸੀ, ਸਾਬਿਤ ਹੋ ਗਿਆ। ਜਦੋਂ ਯੀਸ਼ੂ ਮਸੀਹ ਨੇ ਕਿਹਾ ਸੀ, ਸ਼ੈਤਾਨ ਮੇਰੇ ਤੋਂ ਪਿੱਛੇ ਹਟ, ਤੂੰ ਮਨੁੱਖਾਂ ਜੀਆਂ ਗੱਲਾਂ ਕਰਦਾ ਆ, ਉਦੋਂ ਉਹ ਸਰੀਰ ਦੇ ਵਿੱਚ ਸੀ। ਲੇਕਿਨ ਪੈਂਤੇਕੋਸਤ ਦੇ ਦਿਨ ਪਵਿੱਤਰ ਆਤਮਾ ਉਤਰਨ ਤੋਂ ਬਾਅਦ ਪਤਰਸ ਪਵਿੱਤਰ ਆਤਮਾ ਦੇ ਨਾਲ ਭਰ ਗਿਆ। ਤੇ ਕੀ ਹੋ ਰਿਹਾ ਇਸ ਜਗ੍ਹਾ ਦੇ ਵਿੱਚ, ਕਹਿੰਦਾ ਤਦ ਪਤਰਸ ਨੇ ਆਖਿਆ, ਹਨਨਿਆ ਸ਼ੈਤਾਨ ਤੇਰੇ ਮਨ ਵਿੱਚ ਕਿਉਂ ਸਮਾਇਆ, ਜੋ ਤੂੰ ਪਵਿੱਤਰ ਆਤਮਾ ਨਾਲ ਝੂਠ ਬੋਲੇ ਅਤੇ ਉਸ ਖੇਤ ਦੇ ਮੁੱਲ ਵਿੱਚੋਂ ਕੁਝ ਰੱਖ ਛੱਡੀ। ਜ਼ਮੀਨ ਵੇਚਦੀ ਲੇਕਿਨ ਦਸ਼ਮਾਂਸ਼ ਪੂਰਾ ਨਹੀਂ ਦੇ ਰਹੀ, ਜੋ ਮੂੰਹ ਚੋਂ ਕੱਢਿਆ ਪੂਰਾ ਨਹੀਂ ਦੇ ਰਹੀ ਆ। ਝੂਠ ਕਿਉਂ ਬੋਲਿਆ? ਕਹਿੰਦਾ ਤੈਂ ਪਵਿੱਤਰ ਆਤਮਾ ਨਾਲ ਝੂਠ ਬੋਲਿਆ, ਜਦ ਤੀਕਰ ਉਹ ਰਿਹਾ ਕਿ ਤੇਰਾ ਆਪਣਾ ਨਾ ਰਿਹਾ, ਅਰ ਜਾਂ ਵਿਕ ਗਿਆ ਤਾਂ ਤੇਰੇ ਵਸ ਵਿੱਚ ਨਹੀਂ ਨਾ ਸੀ। ਤੈਂ ਕਿਉਂ ਇਹ ਗੱਲ ਆਪਣੇ ਮਨ ਵਿੱਚ ਸੋਚੀ, ਤੂੰ ਮਨੁੱਖਾਂ ਨਾਲ ਨਹੀਂ ਸਗੋਂ ਖੁਦਾ ਦੇ ਨਾਲ ਝੂਠ ਬੋਲਿਆ। ਉਹ ਕਹਿੰਦਾ ਤੂੰ ਮਨੁੱਖ ਦੇ ਨਾਲ ਨਹੀਂ ਝੂਠ ਬੋਲਿਆ, ਮੇਰੇ ਨਾਲ ਝੂਠ ਨਹੀਂ ਬੋਲਿਆ, ਮੇਰੇ ਅੰਦਰ ਜੋ ਰਹਿੰਦਾ ਆ ਪਵਿੱਤਰ ਆਤਮਾ, ਤੂੰ ਉਸ ਪਵਿੱਤਰ ਆਤਮਾ ਦੇ ਨਾਲ ਝੂਠ ਬੋਲਿਆ। ਕਿਉਂਕਿ ਪਤਰਸ ਪਵਿੱਤਰ ਆਤਮਾ ਨਾਲ ਭਰ ਕੇ ਪਵਿੱਤਰ ਆਤਮਾ ਦੀ ਸੇਵਕਾਈ ਕਰ ਰਿਹਾ ਸੀਗਾ, ਉਹਦੇ ਵਸ ਵਿੱਚ ਸੀਗਾ। ਪਵਿੱਤਰ ਆਤਮਾ ਪਤਰਸ ਦੇ ਅੰਦਰ ਸੀਗਾ, ਉਤਰਿਆ ਹੋਇਆ ਸੀਗਾ। ਦੇਹਧਾਰੀ ਖੁਦਾ, ਪਤਰਸ ਦੇਹਧਾਰੀ, ਪਤਰਸ ਦੇ ਅੰਦਰ ਯੀਸ਼ੂ ਮਸੀਹ ਦੇਹਧਾਰੀ ਸੀਗਾ ਪਤਰਸ, ਲੇਕਿਨ ਯੀਸ਼ੂ ਮਸੀਹ ਉਹਦੇ ਅੰਦਰ ਵੜ ਗਿਆ ਸੀ ਆ ਕੇ ਪਵਿੱਤਰ ਆਤਮਾ ਦੇ ਰੂਪ ਦੇ ਵਿੱਚ, ਤੇ ਪਵਿੱਤਰ ਆਤਮਾ ਦੇ ਨਾਲ ਝੂਠ ਬੋਲ ਰਿਹਾ। ਪਤਰਸ ਦੇ ਬੋਲਣ ਦੇ ਅਨੁਸਾਰ ਜਦੋਂ ਪਵਿੱਤਰ ਆਤਮਾ ਉਹਦੇ ਨਾਲ ਬੋਲਿਆ, ਹਨਨਿਆ ਤੇ ਸ਼ਫੀਰਾ ਮਾਰੇ ਗਏ। ਫਿਰ ਕਹਿੰਦਾ ਹਨਨਿਆ ਇਹ ਗੱਲਾਂ ਸੁਣਦਿਆਂ ਸਾਰ ਡਿੱਗ ਪਿਆ ਅਤੇ ਉਸਨੇ ਆਪਣੇ ਪ੍ਰਾਣ ਛੱਡ ਦਿੱਤੇ। ਜਿੰਨਾ ਸੁਣਿਆ ਉਹਨਾਂ ਸਭਨਾਂ ਨੂੰ ਵੱਡਾ ਡਰ ਲੱਗਾ, ਡਰ ਗਏ। ਫਿਰ ਲੋਕ ਉਹ ਸਮਝਦੇ ਸੀ ਕਿਤੇ ਐਵੇਂ ਹੀ ਆ ਪਤਰਸ, ਗੰਦੇ ਜਿਹੇ ਕੱਪੜੇ ਪਾ ਕੇ ਤੁਰਿਆ ਫਿਰਦਾ। ਲੇਕਿਨ ਜਦੋਂ ਪਵਿੱਤਰ ਆਤਮਾ ਉਹਦੇ ਵਿੱਚ ਬੋਲਿਆ, ਭੈ ਛਾ ਗਿਆ ਪੂਰੇ ਇਲਾਕੇ ਵਿੱਚ, ਪੂਰੀ ਜਿੰਨੇ ਵੀ ਉਹਨਾਂ ਦੀ ਉੱਥੇ ਸੁਸਾਇਟੀ ਸੀਗੀ, ਨਗਰ ਸੀਗਾ, ਸਾਰੇ ਵਿੱਚ ਕੀ ਭੈ ਛਾ ਗਿਆ। ਅਤੇ ਜਵਾਨਾਂ ਨੇ ਉੱਠ ਕੇ ਉਸ ਨੂੰ ਕਫਨਾਇਆ ਅਤੇ ਬਾਹਰ ਲੈ ਜਾ ਕੇ ਦੱਬ ਦਿੱਤਾ। ਤਾਂ 3 ਘੰਟਿਆਂ ਪਿੱਛੋਂ ਉਸਦੀ ਤੀਵੀਂ ਵੀ ਇਹ ਵਿਥਿਆ ਨਾ ਜਾਣ ਕੇ ਅੰਦਰ ਆਈ। ਹੁਣ ਉਹਦੀ ਤੀਵੀਂ ਵੀ ਕਿਤੇ ਗਈ ਹੋਣੀ ਘੁੰਮਣ ਫਿਰਨ, ਉਹਨੂੰ ਨਹੀਂ ਸੀ ਪਤਾ ਕੀ ਹੋਇਆ ਨਹੀਂ ਹੋਇਆ, ਉਹ ਵੀ ਆ ਗਈ ਅੰਦਰ। ਤਦ ਪਤਰਸ ਨੇ ਉਸ ਨੂੰ ਅੱਗੋਂ ਆਖਿਆ ਕਿ ਮੈਨੂੰ ਦੱਸ, ਤੁਸਾਂ ਉਸ ਖੇਤ ਇੰਨੇ ਨੂੰ ਹੀ ਵੇਚਿਆ? ਫਿਰ ਉਹਨੂੰ ਪੁੱਛ ਰਿਹਾ ਆ, ਬਚਾਵ ਹੋ ਸਕਦਾ ਸੀ ਉਹਦਾ ਜੇ ਉਹ ਕਹਿ ਦਿੰਦੀ ਵੀ ਹਾਂ ਗਲਤੀ ਹੋ ਗਈ ਆ। ਫਿਰ ਉਹ ਵੀ ਝੂਠ ਬੋਲ ਰਹੀ ਆ ਕੇ। ਹਨਨਿਆ ਦਾ ਮਾਰਿਆ ਗਿਆ, ਉਹਦੀ ਪਤਨੀ ਆਈ, ਉਸਦੀ ਤੀਵੀਂ ਲਿਖਿਆ ਆ, ਇਹ ਵਿਖਿਆ ਜਾਣ ਕੇ ਅੰਦਰ ਆਈ। ਤਦ ਪਤਰਸ ਨੇ ਉਸ ਨੂੰ ਆਖਿਆ, ਮੈਨੂੰ ਦੱਸ ਇਹ ਖੇਤ ਇੰਨੇ ਨੂੰ ਹੀ ਵੇਚਿਆ? ਉਹ ਬੋਲੀ, ਆਹੋ ਇੰਨੇ ਨੂੰ ਹੀ ਵੇਚਿਆ। ਫਿਰ ਝੂਠ, ਇੰਨੇ ਨੂੰ ਹੀ ਵੇਚਿਆ। ਤਦ ਪਤਰਸ ਨੇ ਉਸ ਨੂੰ ਕਿਹਾ, ਤੁਸਾਂ ਪ੍ਰਭੂ ਦੇ ਆਤਮਾ ਦੇ ਪਰਤਾਉਣ ਲਈ ਏਕਾ ਕੀਤਾ। ਕਹਿੰਦੇ ਤੁਸੀਂ ਏਕਾ ਕੀਤਾ ਪ੍ਰਭੂ ਦੇ ਆਤਮਾ ਨੂੰ ਪਰਤਾਉਣ ਦੇ ਲਈ। ਵੇਖ ਤੇਰੇ ਭਰਤਾਂ ਦੇ ਦੱਬਣ ਵਾਲਿਆਂ ਦੇ ਪੈਰ ਦਰ ਉੱਤੇ ਹਨ ਅਤੇ ਉਹ ਤੈਨੂੰ ਬਾਹਰ ਲੈ ਜਾਣਗੇ। ਅਤੇ ਉਸ ਵੇਲੇ ਉਸਦੇ ਪੈਰਾਂ ਕੋਲ ਡਿੱਗ ਪਈ ਅਤੇ ਪ੍ਰਾਣ ਛੱਡ ਦਿੱਤੇ। ਪਤਰਸ ਨੇ ਬੋਲਿਆ ਤੇ 2 ਕਤਲ ਹੋ ਗਏ। ਬੋਲਣ ਦੇ ਨਾਲ ਹੀ ਕਤਲ ਹੋ ਗਿਆ। ਇੱਥੇ ਲੋਕ ਗੋਲੀਆਂ ਚਲਾਉਂਦੇ ਮਾਰਨ ਦੇ ਲਈ, ਬੰਬ ਸਿੱਟਦੇ ਆ, ਕੁਛ ਕਰਦੇ ਆ ਹੈ। ਇੱਥੇ ਬੋਲਣ ਦੇ ਨਾਲ ਹੀ ਬੰਦਾ ਮਰ ਗਿਆ। 2 ਬੰਦੇ ਮਾਰਤੇ ਪਤਰਸ ਨੇ। ਕਿਹਦੇ ਦੁਆਰਾ? ਪਵਿੱਤਰ ਆਤਮਾ ਦੇ ਦੁਆਰਾ। ਲਿਖਿਆ, ਤਦ ਉਹਨਾਂ ਜਵਾਨਾਂ ਨੇ ਅੰਦਰ ਜਾ ਕੇ ਉਸ ਨੂੰ ਮੋਹੀ ਵੇਖਿਆ ਤੇ ਬਾਹਰ ਲਿਜਾ ਕੇ ਉਸਦੇ ਭਰਤਾ ਦੇ ਕੋਲ ਦੱਬ ਦਿੱਤਾ। ਤਾਂ ਸਾਰੀ ਕਲੀਸਿਆ ਤੇ ਜਿਨ੍ਹਾਂ ਨੇ ਇਹ ਗੱਲਾਂ ਸੁਣੀਆਂ ਉਹਨਾਂ ਨੂੰ ਵੱਡਾ ਡਰ ਲੱਗਾ। ਡਰ ਗਏ ਫਿਰ ਲੋਕ। ਫਿਰ ਡਰਨਾ ਹੀ ਸੀਗਾ, ਏਦਾਂ ਨਹੀਂ ਫਿਰ ਲੋਕ ਮੰਨਦੇ।
फिर प्रभु ਨੂੰ ਡਾਂਗ ਚੱਕਣੀ ਪੈਂਦੀ, ਫਿਰ ਲੋਕ ਮੰਨਦੇ ਆ। ਹੁਣ ਦੇਖਿਆ ਸੀ ਮੱਤੀ 7:21 ਚ ਪੜਿਆ, ਉਹ ਕਹਿੰਦੇ ਪ੍ਰਭੂ ਤੇਰੇ ਨਾਮ 'ਚ ਭੁੱਖਸ਼ਵਾਣੀਆਂ ਕੀਤੀਆਂ, ਮੈਂ ਤੇਰੇ ਨਾਮ 'ਚ ਭੂਤ ਕੱਢੇ, ਮੈਂ 10 ਮੁਰਦੇ ਜਿੰਦਾ ਕਰਦਾ ਸੀ ਰੋਜ਼, ਮੈਂ ਆਹ ਕੀਤਾ। ਪ੍ਰਭੂ ਕਹਿੰਦਾ ਮੈਂ ਤੁਹਾਨੂੰ ਜਾਣਦਾ ਹੀ ਨਹੀਂ। ਫਿਰ ਹੁਣ ਸਮਝਣ ਦੀ ਲੋੜ ਆ, ਜਿਹੜੇ ਲੋਕ ਗਲਤ ਸਿੱਖਿਆਵਾਂ 'ਚ ਫਸੇ ਉਹਨਾਂ ਨੂੰ ਸਮਝਣ ਦੀ ਲੋੜ ਆ। ਬਾਈਬਲ ਪੜ੍ਹਨ ਸਭ ਤੋਂ ਪਹਿਲਾਂ, ਬਾਈਬਲ ਪੜ੍ਹਨ, ਜਦੋਂ ਤੱਕ ਬਾਈਬਲ ਨਹੀਂ ਪੜ੍ਹਨਗੇ ਉਹਨੂੰ ਸਮਝਣਗੇ ਨਹੀਂ, ਕੁਝ ਨਹੀਂ ਪਤਾ ਲੱਗਣਾ। ਬਾਈਬਲ ਨੂੰ ਪੜ੍ਹਨਾ, ਆਪਣੇ ਆਪ ਨੂੰ ਜ਼ੀਰੋ ਕਰਕੇ, ਪ੍ਰਭੂ ਅਸੀਂ ਕੁਝ ਨਹੀਂ ਜਾਣਦੇ, ਤੂੰ ਸਾਡੀ ਅਗਵਾਈ ਕਰ। ਤੇ ਦੇਖੋ ਖੁਦਾ ਫਿਰ ਆਪਣੇ ਦੂਤਾਂ ਨੂੰ ਭੇਜੇਗਾ ਜਿਹੜੇ ਉਹਨਾਂ ਨੂੰ ਸਿਖਾਣਗੇ ਕਿ ਬਾਈਬਲ ਕੀ ਬਿਆਨ ਕਰਦੀ ਆ, ਰਸੂਲ ਕੀ ਬਿਆਨ ਕਰਦੇ ਆ। ਪਤਰਸ ਕੌਣ ਸੀ, ਪੌਲੁਸ ਕੌਣ ਸੀ? ਲੋਕੀ ਪਤਰਸ ਨੂੰ ਐਵੇਂ ਸਮਝ ਲੈਂਦੇ ਆ, ਪੌਲੁਸ ਨੂੰ ਐਵੇਂ ਸਮਝ ਲੈਂਦੇ ਆ। ਪੌਲੁਸ ਪਹਿਲੀ ਕਲੀਸਿਆ ਦਾ ਦੂਤ ਸੀਗਾ ਜਿਹਨੂੰ ਲੋਕ ਐਵੇਂ ਸਮਝ ਲੈਂਦੇ ਆ। ਪਹਿਲਾ ਦੂਤ ਸੰਤ ਪੌਲੁਸ ਸੀਗਾ, ਉਸ ਸਮੇਂ ਦਾ ਪ੍ਰਚਾਰਕ ਵੀ ਸੀਗਾ, ਸੇਵਕ ਵੀ ਸੀਗਾ, ਉਹ ਪਾਸਟਰ ਵੀ ਸੀਗਾ, ਤੇ ਪਹਿਲਾ ਦੂਤ ਵੀ ਸੰਤ ਪੌਲੁਸ ਸੀਗਾ ਜਿਹਨੂੰ ਲੋਕੀ ਐਵੇਂ ਸਮਝ ਲੈਂਦੇ। ਤੇ ਸੰਤ ਪੌਲੁਸ ਨੇ ਕਿੱਦਾਂ ਦੁੱਖਾਂ ਦੇ ਵਿੱਚ ਹੋ ਕੇ ਖੁਦਾ ਦੀ ਸੇਵਕਾਈ ਕੀਤੀ। ਹੁਣ ਅਸੀਂ ਕਰਦੇ ਹਾਂ ਰਸੂਲਾਂ ਦੇ ਕਰਤੱਵ 8:26, ਰਸੂਲਾਂ ਦੇ ਕਰਤੱਵ 8:26। ਹੁਣ ਰਸੂਲਾਂ ਦੇ ਕਰਤੱਵ 8:26 ਵਿੱਚ ਲਿਖਿਆ ਇੱਕ ਮਨੁੱਖ ਬਾਰੇ ਜਿਹਦਾ ਨਾਮ ਹਬਸ਼ੀ ਖੋਜਾ ਸੀਗਾ। ਅਸੀਂ ਪੜ੍ਹਦੇ ਹਾਂ, ਅਤੇ ਪ੍ਰਭੂ ਦੇ ਇੱਕ ਦੂਤ ਨੇ ਫਿਲਿਪੁਸ ਨਾਲ ਬਚਨ ਕਰਕੇ ਆਖਿਆ ਕਿ ਉੱਠ ਅਤੇ ਦੱਖਣ ਵੱਲ ਉਸ ਰਸਤੇ ਉੱਤੇ ਜਾ ਜੋ ਯਰੂਸ਼ਲਮ ਤੋਂ ਗਾਜ਼ਾ ਨੂੰ ਜਾਂਦਾ ਹੈ। ਉਹ ਉਜਾੜ ਹੈ, ਉਜਾੜ ਸੀ ਸਾਰਾ ਰੇਗਿਸਤਾਨ ਜਿਹਨੂੰ ਕਹਿ ਸਕਦੇ ਆ, ਉਜਾੜ। ਤੇ ਉੱਥੇ ਕੀ ਹੋਇਆ, ਤਾਂ ਉੱਠ ਕੇ ਤੁਰ ਪਿਆ। ਉਹਦੇ ਕੋਲ ਕੋਈ ਗੱਡੀ ਮੋਟਰ ਨਹੀਂ ਸੀਗੀ, ਕਹਿੰਦੇ ਉੱਠ ਕੇ ਤੁਰ ਪਿਆ, ਮਿੱਟੀ ਨਾਲ ਪੈਰ ਭਰੇ ਹੋਏ ਆ, ਕੱਪੜੇ ਵੀ ਗੰਦੇ ਹੋਣੇ ਆ। ਉੱਠ ਕੇ ਤੁਰ ਪਿਆ, ਅਤੇ ਵੇਖੋ ਹਬਸ਼ ਦੇਸ਼ ਦਾ ਇੱਕ ਮਨੁੱਖ ਸੀ ਜਿਹੜਾ ਖੋਜਾ ਅਤੇ ਹਬਸ਼ ਦੀ ਰਾਣੀ ਕੰਦਾਕੇ ਦਾ ਵੱਡਾ ਇਖਤਿਆਰ ਵਾਲਾ, ਅਤੇ ਉਸਦੇ ਸਾਰੇ ਖਜ਼ਾਨੇ ਉੱਤੇ ਸੀ, ਸਾਰੇ ਖਜ਼ਾਨੇ ਉੱਪਰ ਖਜ਼ਾਨਚੀ ਸੀਗਾ। ਉਹ ਵੱਡਾ ਇਖਤਿਆਰ ਸੀ, ਉਹਦਾ ਸਿਪਾਹੀ ਉਹਦੇ ਨਾਲ ਰਹਿੰਦੇ ਸੀਗੇ, ਅਤੇ ਯਰੂਸ਼ਲਮ ਵਿੱਚ ਬੰਦਗੀ ਕਰਨ ਨੂੰ ਆਇਆ ਸੀ। ਉਹ ਮੁੜਿਆ ਜਾਂਦਾ ਤੇ ਆਪਣੇ ਰੱਥ ਵਿੱਚ ਬੈਠਾ ਹੋਇਆ ਯਸ਼ਾਇਆ ਨਬੀ ਦੀ ਪੋਥੀ ਵਾਚ ਰਿਹਾ ਸੀਗਾ। ਹੁਣ ਯਸ਼ਾਇਆ ਨਬੀ ਦੀ ਪੋਥੀ ਵਾਚ ਰਿਹਾ ਸੀਗਾ। ਹੁਣ ਉਹਨੂੰ ਸਮਝ ਨਹੀਂ ਸੀ ਪਾ ਰਿਹਾ, ਕਿਉਂਕਿ ਸਮਝਾਉਣ ਵਾਲਾ ਕੋਈ ਨਹੀਂ ਸੀਗਾ ਜਿਹੜਾ ਸਮਝਾਉਂਦਾ। ਪਵਿੱਤਰ ਆਤਮਾ ਪਾਏ ਹੋਏ ਲੋਕਾਂ ਤੋਂ ਇਲਾਵਾ ਵਚਨ ਨੂੰ ਕੋਈ ਨਹੀਂ ਸਮਝਾ ਸਕਦਾ ਸੀਗਾ। ਲੇਕਿਨ ਇੱਥੇ ਪ੍ਰਭੂ ਨੂੰ ਆਪਣੇ ਆਤਮਾ ਪਾਏ ਹੋਏ ਇੱਕ ਬੰਦੇ ਨੂੰ ਭੇਜਿਆ। ਫਿਰ ਅੱਗੇ ਲਿਖਿਆ ਆ, ਉਹ ਮੁੜਿਆ ਜਾਂਦਾ ਤੇ ਆਪਣੇ ਰੱਥ ਵਿੱਚ ਬੈਠਾ ਹੋਇਆ ਯਸ਼ਾਇਆ ਨਬੀ ਦੀ ਪੋਥੀ ਵਾਚ ਰਿਹਾ ਸੀ। ਤਾਂ ਆਤਮਾ ਨੇ ਫਿਲਿਪੁਸ ਨੂੰ ਕਿਹਾ, ਅਗਾਹਾਂ ਚੱਲ ਅਤੇ ਇਸ ਰੱਥ ਨਾਲ ਮਿਲ ਜਾ। ਆਤਮਾ ਕਹਿੰਦਾ ਅਗਾਹਾਂ ਚੱਲ ਤੇ ਰੱਥ ਦੇ ਨਾਲ ਮਿਲ ਜਾ। ਸੋ ਫਿਲਿਪੁਸ ਨੇ ਉਸ ਵੱਲ ਦੌੜ ਕੇ ਉਸਨੂੰ ਯਸ਼ਾਇਆ ਨਬੀ ਦੀ ਪੋਥੀ ਵਾਚਦੇ ਸੁਣਿਆ ਅਤੇ ਕਿਹਾ, ਜੋ ਕੁਝ ਤੁਸੀਂ ਵਾਚਦੇ ਹੋ ਸਮਝਦੇ ਵੀ ਹੋ। ਅੱਜ ਲੋਕ ਬਾਈਬਲਾਂ ਪੜ੍ਹਦੇ ਆ, ਸਮਝ ਉਡਾੜਾ ਨਹੀਂ ਹੈ ਬਾਈਬਲ ਦੀ। ਬਸ ਇੰਨਾ ਪਤਾ ਯੀਸ਼ੂ ਮਸੀਹ ਆਇਆ ਸੀ ਤੇ ਉਹ ਬਰਕਤ ਲੈਣੀ ਆ, ਬਸ ਇਹੀ ਪਤਾ, ਹੋਰ ਕੁਝ ਨਹੀਂ ਪਤਾ। ਲੇਕਿਨ ਇੱਥੇ ਫਿਲਿਪੁਸ ਸਵਾਲ ਕਰ ਰਿਹਾ ਖੋਜੇ ਨੂੰ, ਜੋ ਤੁਸੀਂ ਵਾਚਦੇ ਹੋ ਸਮਝਦੇ ਵੀ ਹੋ, ਜੋ ਤੁਸੀਂ ਪੜ੍ਹ ਰਹੇ ਕਿ ਤੁਹਾਡੇ ਪੱਲੇ ਵੀ ਪੈ ਰਹੀ ਹੈ, ਤੁਹਾਡੇ ਸਮਝ 'ਚ ਵੀ ਲੱਗ ਰਹੀ ਆ। ਤੇ ਉਹ ਅੱਗੇ ਉਸਨੇ ਆਖਿਆ, ਜਦ ਤਾਈਂ ਕੋਈ ਮੈਨੂੰ ਨਾ ਦੱਸੇ ਇਹ ਮੈਨੂੰ ਕਿੱਕੂ ਹੋ ਸਕੇ ਵੀ ਮੈਨੂੰ ਸਮਝ ਲੱਗੇ। ਕਹਿੰਦਾ ਕਿੱਦਾਂ ਮੈਨੂੰ ਸਮਝ ਲੱਗੂਗੀ। ਫਿਰ ਉਸਨੇ ਫਿਲਿਪੁਸ ਨੂੰ ਅੱਗੇ ਬੇਨਤੀ ਕੀਤੀ ਕਿ ਮੇਰੇ ਨਾਲ ਤੂੰ ਚੜ ਬੈਠ। ਉਸ ਪੋਥੀ ਦੀ ਕਹਿੰਦਾ ਉਸ ਪੋਥੀ ਨੂੰ ਵਾਚ ਰਿਹਾ ਸੀ, ਜੋ ਇਹ ਸੀ, ਉਹ ਭੇਡ ਦੀ ਨਿਆਈ ਕੱਟੇ ਜਾਣ ਨੂੰ ਲਿਜਾਂਦਾ ਗਿਆ, ਅਤੇ ਜਿਵੇਂ ਲੇਲਾ ਆਪਣੀ ਉੱਨ ਕਤਰਨ ਵਾਲੇ ਦੇ ਅੱਗੇ ਗੂੰਗਾ ਰਹਿੰਦਾ ਹੈ, ਜਿਵੇਂ ਹੀ ਉਹ ਆਪਣਾ ਮੂੰਹ ਨਹੀਂ ਖੋਲਦਾ, ਉਸ ਦੀ ਅਧੀਨਗੀ ਵਿੱਚ ਉਸ ਦਾ ਨਿਆਂ ਨਖੁੱਟ ਗਿਆ। ਉਸ ਦੀ ਪੀੜ੍ਹੀ ਦਾ ਕੌਣ ਬਿਆਨ ਕਰੇਗਾ, ਕਿਉਂਕਿ ਉਸ ਦੀ ਜਾਨ ਧਰਤੀ ਉੱਤੋਂ ਚੁੱਕੀ ਜਾਂਦੀ ਹੈ। ਫਿਰ ਇਹ ਕੀ ਆ, ਉਹ ਵਾਚ ਰਿਹਾ ਸੀ, ਉਹਨੂੰ ਸਮਝ ਨਹੀਂ ਲੱਗੀ। ਤਾਂ ਉਸਨੇ ਖੋਜੇ ਨੂੰ ਅੱਗੋਂ ਉਸ ਖੋਜੇ ਨੇ ਅੱਗੋਂ ਫਿਲਿਪੁਸ ਨੂੰ ਆਖਿਆ। ਖੋਜਾ ਹੁਣ ਫਿਲਿਪੁਸ ਨੂੰ ਸਵਾਲ ਕਰ ਰਿਹਾ, ਮੈਂ ਤੇਰੇ ਅੱਗੇ ਅਰਜ਼ ਕਰਦਾ ਹਾਂ, ਅਰਜ਼ ਕਰ ਰਿਹਾ ਆ ਸਮਝਣ ਦੇ ਲਈ। ਇੱਥੇ ਲੋਕਾਂ ਨੂੰ ਸਮਝਾਉਣ ਜਾਓ ਤੇ ਲੋਕੀ ਕਹਿੰਦੇ ਅਸੀਂ ਨਹੀਂ ਸਮਝਣਾ, ਸਾਨੂੰ ਬੜੀ ਸਮਝ ਆ, ਬਾਈਬਲ ਦੀ ABCD ਨਹੀਂ ਪਤਾ, ਸਮਝ ਪੂਰੀ ਆ ਲੋਕਾਂ ਨੂੰ। ਤਾਂ ਨਬੀ ਨੇ ਇਸ ਗੱਲ ਅਚਰਜ ਕਰਦਾ, ਤਦ ਖੋਜੇ ਨੇ ਅੱਗੇ ਫਿਲਿਪੁਸ ਨੇ ਆਖਿਆ, ਮੈਂ ਤੇਰੇ ਅੱਗੇ ਇਹ ਅਰਜ਼ ਕਰਦਾ ਹਾਂ ਭਾਈ, ਨਬੀ ਕਿਹਦੀ ਗੱਲ ਕਰਦਾ ਹੈ, ਆਪਣੀ ਜਾਂ ਕਿਸੇ ਹੋਰ ਦੀ? ਉਹ ਕਹਿੰਦਾ ਨਬੀ ਕਿਹਦੀ ਗੱਲ ਕਰ ਰਿਹਾ ਹੈ, ਮੈਂ ਜਿਹੜੀ ਵਾਚ ਰਿਹਾ ਆ ਇਹ ਪੋਥੀ ਕਿਹਦੀ ਗੱਲ ਹੋ ਰਹੀ, ਨਬੀ ਆਪਣੀ ਗੱਲ ਕਰ ਰਿਹਾ ਜਿਹਨੇ ਲਿਖੀ ਆ, ਜਾਂ ਫਿਰ ਕਿਸੇ ਹੋਰ ਦੀ ਗੱਲ ਕਰਦਾ ਆ? ਤਦ ਫਿਲਿਪੁਸ ਨੇ ਆਪਣਾ ਮੂੰਹ ਖੋਲਿਆ
ਅਤੇ ਉਸ ਲਿਖਤ ਤੋਂ ਸ਼ੁਰੂ ਕਰਕੇ ਯੀਸ਼ੂ ਦੀ ਖੁਸ਼ਖਬਰੀ ਉਸ ਨੂੰ ਸੁਣਾਈ। ਉਹ ਲਿਖਤ ਸ਼ੁਰੂ ਯੀਸ਼ੂ ਮਸੀਹ ਬਾਰੇ ਲਿਖਿਆ ਸੀਗਾ। ਲਿਖਤ ਦੀ ਸ਼ੁਰੂਆਤ ਕੀਤੀ ਤੇ ਯੀਸ਼ੂ ਮਸੀਹ ਦੀ ਖੁਸ਼ਖਬਰੀ, ਸਾਡੇ ਪ੍ਰਭੂ ਯੀਸ਼ੂ ਮਸੀਹ ਦੀ ਖੁਸ਼ਖਬਰੀ ਉਸ ਨੂੰ ਸੁਣਾਈ। ਅਤੇ ਉਹ ਰਾਹ ਤੇ ਜਾਂਦੇ ਜਾਂਦੇ ਇੱਕ ਪਾਣੀ ਦੇ ਕੋਲ ਅਪੜੇ ਤਾਂ ਉਸ ਖੋਜੇ ਨੇ ਕਿਹਾ ਕਿ ਵੇਖ ਪਾਣੀ ਹੈਗਾ। ਕਹਿੰਦਾ ਪਾਣੀ ਵੀ ਆ, ਹੁਣ ਮੈਨੂੰ ਬਪਤਿਸਮਾ ਲੈਣ ਤੋਂ ਕਿਹੜੀ ਚੀਜ਼ ਰੋਕਦੀ ਆ? ਕਹਿੰਦਾ ਮੈਂ ਵਚਨ ਨੂੰ ਸਮਝ ਲਿਆ, ਵਚਨ ਨੂੰ ਮੰਨ ਲਿਆ, ਹੁਣ ਪਾਣੀ ਵੀ ਹੈਗਾ ਆ। ਕਿਹੜੀ ਚੀਜ਼ ਹੈ ਜਿਹੜੀ ਮੈਨੂੰ ਰੋਕਦੀ ਆ ਵੀ ਮੈਂ ਬਪਤਿਸਮਾ ਨਾ ਲਵਾਂ ਯੀਸ਼ੂ ਮਸੀਹ ਦੇ ਨਾਮ ਦੇ ਵਿੱਚ? ਤੇ ਉੱਥੇ ਕੀ ਹੁੰਦਾ? ਉਹਨੂੰ ਪ੍ਰਭੂ ਯੀਸ਼ੂ ਮਸੀਹ ਦੇ ਨਾਮ ਦੇ ਵਿੱਚ ਬਪਤਿਸਮਾ ਦਿੱਤਾ ਗਿਆ। ਤੇ ਬਾਈਬਲ ਬਿਆਨ ਕਰਦੀ ਆ, ਕਹਿੰਦਾ ਹੁਣ ਮੈਨੂੰ ਬਪਤਿਸਮਾ ਲੈਣ ਤੋਂ ਕਿਹੜੀ ਚੀਜ਼ ਰੋਕਦੀ ਹੈ? ਤਦ ਉਸਨੇ ਰੱਥ ਖੜਾ ਕਰਨ ਦਾ ਹੁਕਮ ਕੀਤਾ, ਕਿਉਂਕਿ ਇਖਤਿਆਰ ਰੱਖਦਾ ਸੀ। ਹੁਕਮ ਕੀਤਾ ਉਹਨੇ, ਰੱਥ ਰੋਕ ਦੋ। ਰੱਥ ਰੋਕ ਦਿੱਤਾ ਗਿਆ ਅਤੇ ਫਿਲਿਪੁਸ ਅਤੇ ਖੋਜਾ ਦੋਵੇਂ ਪਾਣੀ ਵਿੱਚ ਉਤਰੇ ਅਤੇ ਉਸਨੇ ਉਸ ਨੂੰ ਬਪਤਿਸਮਾ ਦਿੱਤਾ। ਔਰ ਜਾਂ ਉਹ ਪਾਣੀ ਵਿੱਚੋਂ ਨਿਕਲ ਆਏ ਤਾਂ ਪ੍ਰਭੂ ਦਾ ਆਤਮਾ ਫਿਲਿਪੁਸ ਨੂੰ ਫੜ ਕੇ ਲੈ ਗਿਆ ਅਤੇ ਖੋਜੇ ਨੇ ਉਸ ਨੂੰ ਫੇਰ ਨਾ ਵੇਖਿਆ, ਕਿਉਂ ਜੋ ਆਨੰਦ ਨਾਲ ਆਪਣੇ ਰਾਹ ਚਲਿਆ ਗਿਆ, ਆਨੰਦ ਦੇ ਨਾਲ ਆਪਣੇ ਰਾਹ ਚਲਾ ਗਿਆ। ਕਿਉਂਕਿ ਜੋ ਵਾਚਦਾ ਸੀ ਉਹ ਸਮਝ ਵੀ ਲੱਗ ਗਈ, ਉਹਦਾ ਭੇਤਾਂ ਦਾ ਵੀ ਪਤਾ ਲੱਗ ਗਿਆ, ਵੀ ਯੀਸ਼ੂ ਮਸੀਹ ਬਾਰੇ ਪਤਾ ਲੱਗ ਗਿਆ ਤੇ ਬੈਪਟਾਈਜ਼ ਵੀ ਲੈ ਲਿਆ ਤੇ ਬੜੀ ਖੁਸ਼ੀ ਦੇ ਨਾਲ ਆਪਣੇ ਦੇਸ਼ ਵਿੱਚ ਚਲਾ ਗਿਆ। ਕਿੰਨੀ ਮਹਾਨ ਗੱਲ ਤੇ ਵੱਡੀ ਗੱਲ ਆ। ਕਿੰਨਾ ਤੇ ਕਿਰਪਾ ਕਰਦਾ ਖੁਦਾ। ਜੇ ਉਹ ਕਹਿੰਦਾ ਮੈਂ ਬੜਾ ਰਾਜਾ, ਤੂੰ ਤਾਂ ਮਿੱਟੀ ਦੇ ਨਾਲ ਭਰਿਆ ਹੋਇਆ ਦੌੜਦਾ ਰਿਹਾ, ਭਾਜਾ ਪਰੇ, ਮੈਂ ਨਹੀਂ ਸੁਣਨੀ ਤੇਰੀ ਗੱਲ, ਮੈਂ ਸਮਝ ਲੂੰਗਾ ਆਪਣੇ ਆਪ ਹੀ। ਲੇਕਿਨ ਉਹ ਹਲੀਮ ਹੋ ਗਿਆ, ਕਹਿੰਦਾ ਮੈਨੂੰ ਸਮਝਾ, ਮੇਰੇ ਰੱਥ ਉੱਤੇ ਚੜ ਜਾ ਕੇ। ਇੱਥੇ ਲੋਕ ਘਰ 'ਚ ਨਹੀਂ ਵੜਨ ਦਿੰਦੇ। ਜੇ ਕਿਸ ਨੂੰ ਦੱਸੀਏ ਨਾ ਵੀ ਤੁਸੀਂ ਗਲਤ ਸਿੱਖਿਆ ਦਿਓ ਭਾਈ, ਬਸਮਾ ਪਿਤਾ ਪੁੱਤਰ ਦੇ ਨਾਮ 'ਚ ਨਹੀਂ ਆ, ਪਵਿੱਤਰ ਆਤਮਾ ਇਹ ਨਹੀਂ ਹੈ ਬਸਮਾ, ਬਸਮਾ ਪ੍ਰਭੂ ਯੀਸ਼ੂ ਮਸੀਹ ਦੇ ਨਾਮ ਦੇ ਵਿੱਚ ਆ। ਤੇ ਲੋਕ ਕਹਿੰਦੇ ਅਸੀਂ ਨਹੀਂ ਸੁਣਨਾ। ਅੱਜ ਆ ਇਦਾਂ ਦੇ ਲੋਕ ਹੋ ਗਏ ਆ। ਸ਼ੈਤਾਨ ਨੇ ਬੁੱਧੀ ਭ੍ਰਿਸ਼ਟ ਕਰਤੀ ਲੋਕਾਂ ਦੀ। ਬਾਈਬਲ ਦੀ ABCD ਨਹੀਂ ਪਤਾ, ਕਦੇ ਬਾਈਬਲ ਨਹੀਂ ਪੜ੍ਹੀ ਚੱਕ ਕੇ ਵੀ ਬਾਈਬਲ ਕੀ ਆ। ਰਸੂਲਾਂ ਦੇ ਕਰਤੱਵ ਨੂੰ ਨਹੀਂ ਪੜ੍ਹਿਆ ਕਦੇ। ਯਸ਼ਾਇਆ ਨਬੀ ਬਾਰੇ ਨਹੀਂ ਪੜ੍ਹਿਆ ਕੁਝ ਵੀ। ਯਸ਼ਾਇਆ ਨਬੀ ਨੇ ਯੀਸ਼ੂ ਮਸੀਹ ਬਾਰੇ ਕੀ ਕਿਹਾ, ਨਬੀਆਂ ਨੇ ਯੀਸ਼ੂ ਮਸੀਹ ਬਾਰੇ ਕੀ ਕਿਹਾ, ਬਾਈਬਲ ਕਦੇ ਨਹੀਂ ਪੜ੍ਹੀ। ਜੋ ਪਾਸਟਰ ਕਹਿੰਦਾ ਜੀ ਉਹ ਮਾਸਟਰ ਨੇ ਮੈਨੂੰ ਇਦਾਂ ਕਿਹਾ, ਪਾਸਟਰ ਤਾਂ ਤੈਨੂੰ ਫਿਰ ਨਰਕ ਵਿੱਚ ਵੀ ਲੈ ਜਾਵੇਗਾ। ਬਾਈਬਲ ਪੜ੍ਹ ਵੀ ਤੈਨੂੰ ਸਮਝ ਲੱਗੇ। ਤੇ ਲੇਕਿਨ ਲੋਕ ਕੀ ਕਰਦੇ, ਬਾਈਬਲ ਹੀ ਨਹੀਂ ਪੜ੍ਹਦੇ। ਅਸੀਂ ਕੱਢਾਂਗੇ ਪਹਿਲਾ ਕੁਰਿੰਥੀਆਂ 10:1। ਪਹਿਲਾ ਕੁਰਿੰਥੀਆਂ 10:1 ਵਿੱਚ ਲਿਖਿਆ ਆ, ਹੇ ਭਰਾਵੋ ਮੈਂ ਨਹੀਂ ਚਾਹੁੰਦਾ ਜੋ ਤੁਸੀਂ ਇਸ ਤੋਂ ਅਣਜਾਣ ਰਹੋ ਭਈ ਸਾਡੇ ਪਿਓ ਦਾਦੇ ਬੱਦਲ ਦੇ ਹੇਠ ਸਨ ਅਤੇ ਉਹ ਸਭੇ ਸਮੁੰਦਰ ਦੇ ਵਿੱਚੋਂ ਦੀ ਲੰਘ ਗਏ ਅਤੇ ਸਭਨਾਂ ਨੂੰ ਉਸ ਬੱਦਲ ਅਤੇ ਉਸ ਸਮੁੰਦਰ ਵਿੱਚ ਮੂਸਾ ਦਾ ਬਪਤਿਸਮਾ ਮਿਲਿਆ। ਕਿਹਦਾ ਬਪਤਿਸਮਾ ਮਿਲਿਆ? ਮੂਸਾ ਦਾ ਬਪਤਿਸਮਾ ਮਿਲਿਆ। ਉਹਨਾਂ ਨੇ ਇੱਕੋ ਹੀ ਆਤਮਕ ਭੋਜਨ ਖਾਧਾ ਅਤੇ ਸਭਨਾਂ ਨੇ ਇੱਕੋ ਆਤਮਕ ਜਲ ਪੀਤਾ, ਕਿਉਂ ਜੋ ਉਹਨਾਂ ਨੇ ਉਸ ਆਤਮਕ ਪੱਥਰ ਤੋਂ ਜਲ ਪੀਤਾ ਜਿਹੜਾ ਉਹਨਾਂ ਦੇ ਮਗਰ ਮਗਰ ਚੱਲਦਾ ਸੀ। ਕਹਿੰਦਾ ਉਸ ਆਤਮਕ ਪੱਥਰ ਤੋਂ ਜਲ ਪੀਤਾ। ਕਹਿੰਦਾ ਉਸ ਆਤਮਕ ਪੱਥਰ ਤੋਂ ਜਲ ਪੀਤਾ ਜਿਹੜਾ ਉਹਨਾਂ ਦੇ ਮਗਰ ਮਗਰ ਚੱਲਦਾ ਸੀ ਅਤੇ ਉਹ ਪੱਥਰ ਮਸੀਹ ਸੀ। ਕਹਿੰਦਾ ਉਹ ਪੱਥਰ ਯੀਸ਼ੂ ਮਸੀਹ ਸੀ। ਯੀਸ਼ੂ ਮਸੀਹ ਉਹਨਾਂ ਦੇ ਮਗਰ ਮਗਰ ਚੱਲਦਾ ਸੀਗਾ, ਕਿਉਂਕਿ ਯਹੋਵਾ ਹੀ ਯੀਸ਼ੂ ਮਸੀਹ ਹੈ, ਕੋਈ ਹੋਰ ਨਹੀਂ ਹੈ। ਪੁਰਾਣੇ ਨਿਯਮ ਦਾ ਯਹੋਵਾ ਹੀ, ਨਏ ਨਿਯਮ ਦਾ ਯੀਸ਼ੂ ਮਸੀਹ ਆ। ਹੁਣ ਸਮਝ ਉਹਨਾਂ ਦੀ ਲੱਗਣੀ ਆ ਜਿਹੜੇ ਚੁਣੇ ਹੋਏ ਆ। ਹੁਣ ਜਿਹੜੇ ਚੁਣੇ ਹੋਏ ਨਹੀਂ ਉਹਨਾਂ ਦੇ ਸਮਝ ਨਹੀਂ ਲੱਗਣੀ, ਗਿਆਨੀਆਂ ਦੇ ਨਹੀਂ ਸਮਝ ਲੱਗਣੀ, ਫੱਕੀ ਫਰੀਸੀਆਂ ਦੇ ਸਮਝ ਨਹੀਂ ਲੱਗੀ। ਜਿਹੜੇ ਵੱਡੇ ਵੱਡੇ ਗਿਆਨੀ ਸੀਗੇ, ਜਿਹੜੇ ਜੀਰੇ ਦਾ ਵੀ ਦਸ਼ਮਾਨ ਦਿੰਦੇ ਸੀ ਜਾ ਕੇ ਗਿਣ ਗਿਣ ਕੇ, ਹਰੇਕ ਚੀਜ਼ ਦਾ ਦਸ਼ਮਾਨ ਦਿੰਦੇ ਸੀਗੇ, ਪੂਰੇ ਧਰਮੀ ਸੀਗੇ ਲੋਕ। ਉਹ ਅੱਜ ਤਾਂ ਇੰਨੇ ਧਰਮੀ ਤੁਹਾਨੂੰ ਲੋਕ ਹੀ ਨਹੀਂ ਮਿਲਣੇ ਮਸੀਹਤ ਦੇ ਵਿੱਚ ਜਿੰਨੇ ਧਰਮੀ ਉਸ ਸਮੇਂ ਲੋਕ ਸੀਗੇ। ਐ ਪੂਰਾ ਪ੍ਰਭੂ 'ਚ ਵਧੀਆ ਵਫਾਦਾਰੀਆਂ ਚੱਲਦੇ ਸੀ, ਲੇਕਿਨ ਉਹਨਾਂ ਨੂੰ ਨਹੀਂ ਪਤਾ ਲੱਗਾ ਵੀ ਯੀਸ਼ੂ ਮਸੀਹ ਕੌਣ ਆ। ਕਿਉਂਕਿ ਅੱਜ ਉਹਨਾਂ ਦੇ ਹੀ ਸੀਡ ਜਿਹੜੇ ਉਹਨਾਂ ਦੇ ਹੀ ਬੀਜ ਆ ਉਹ ਧਰਤੀ ਤੇ ਆ। ਇਹ ਸ਼ੈਤਾਨ ਖੁਦਾ ਦਾ ਬੀਜ ਧਰਤੀ ਤੇ, ਸ਼ੈਤਾਨ ਦਾ ਬੀਜ ਵੀ ਧਰਤੀ ਤੇ ਹੀ ਆ। ਕੈਨ ਦੀ ਸੰਤਾਨਾਂ ਵੀ ਪ੍ਰਚਾਰ ਕਰਦੀਆਂ ਯੀਸ਼ੂ ਮਸੀਹ ਦਾ। ਹੁਣ ਉਹ ਕਿੱਥੇ ਮੰਨਣਗੀਆਂ ਵੀ ਯੀਸ਼ੂ ਮਸੀਹ ਖੁਦਾ ਆ। ਇਸ ਕਰਕੇ ਬਾਈਬਲ ਪੜੋ, ਸਮਝੋ ਬਾਈਬਲ ਕੀ ਕਹਿੰਦੀ ਆ। ਪੂਰੀ ਬਾਈਬਲ ਸਿਰਫ ਤੇ ਸਿਰਫ ਯੀਸ਼ੂ ਮਸੀਹ ਬਾਰੇ ਹੀ ਬਿਆਨ ਕਰਦੀ ਆ। ਕਿਤੇ ਵੀ ਬਾਈਬਲ 'ਚ ਦੂਜੇ ਖੁਦਾ ਬਾਰੇ ਨਹੀਂ ਲਿਖਿਆ ਵੀ ਦੂਜੇ ਖੁਦਾ ਬਾਰੇ ਲਿਖਿਆ ਹੋਇਆ। ਇਸ ਕਰਕੇ ਸਾਫ਼ ਉਹਨੇ ਕਿਹਾ ਪਹਿਲਾ ਕੁਰਿੰਥੀਆਂ 10:1 ਵਿੱਚ, ਠੀਕ ਹੈ ਨਾ, ਜਦੋਂ ਅਸੀਂ ਇਹਨੂੰ ਪੜ੍ਹਦੇ ਆ, ਕਹਿੰਦਾ ਤੇ ਉਹ ਪੱਥਰ ਮਸੀਹ ਸੀ।
ਜਿੱਤੋਂ ਅਸੀਂ ਜਲ ਪੀਂਦੇ ਸੀ। ਮਸੀਹ ਸੀਗਾ, ਯੀਸ਼ੂ ਮਸੀਹ ਸੀਗਾ, ਬੱਦਲ ਦੇ ਰੂਪ ਦੇ ਵਿੱਚ, ਅੱਗ ਦੇ ਰੂਪ ਦੇ ਵਿੱਚ ਉਹਨਾਂ ਦੇ ਨਾਲ ਨਾਲ ਚੱਲਦਾ ਸੀਗਾ। ਯੀਸ਼ੂ ਮਸੀਹ ਧਰਤੀ ਤੇ ਆਇਆ, ਖੁਦਾ ਯੀਸ਼ੂ ਮਸੀਹ ਦਾ ਰੂਪ ਲੈ ਕੇ ਸਾਡੇ ਪਾਪਾਂ ਲਈ, ਗੁਨਾਹਾਂ ਲਈ ਉਹਨੇ ਜਾਨ ਦੇ ਦਿੱਤੀ। ਉਹ ਕਹਿੰਦਾ ਜੋ ਕੋਈ ਵਿਸ਼ਵਾਸ ਕਰੇਗਾ ਬਚਾਇਆ ਜਾਵੇਗਾ, ਜੇ ਕੋਈ ਵਿਸ਼ਵਾਸ ਨਾ ਕਰੇ ਤਾਂ ਸਜ਼ਾ ਦਾ ਹੁਕਮ ਲਾਇਆ ਜਾਵੇਗਾ। ਹੁਣ ਗੱਲ ਕੀ ਹੈ? ਵਿਸ਼ਵਾਸ ਕਰਨ ਦੀ ਲੋੜ ਆ। ਤੇ ਜਿਹੜੇ ਲੋਕ ਵਿਸ਼ਵਾਸ ਕਰਨਗੇ ਵੀ ਯੀਸ਼ੂ ਮਸੀਹ ਬਹੁਤ ਜਲਦੀ ਆਪਣੀ ਦੁਲਹਨ ਨੂੰ ਲੈਣ ਆ ਰਿਹਾ ਆ, ਤੇ ਉਹ ਰੈਪਚਰ ਵਿੱਚ ਚਲੇ ਜਾਣਗੇ। ਵਿਸ਼ਵਾਸ ਕਰਨ ਵਾਲੇ ਜਾਣਗੇ ਰੈਪਚਰ ਦੇ ਵਿੱਚ, ਜਿਨ੍ਹਾਂ ਨੂੰ ਪਤਾ ਸਾਡੇ ਯੁੱਗ ਦਾ ਨਬੀ ਭਾਈ ਬ੍ਰੈਨਮ, ਭਾਈ ਵਿਲੀਅਮ ਬ੍ਰੈਨਮ ਕੌਣ ਸੀਗਾ? ਇਹ ਸਾਡੇ ਯੁੱਗ ਦਾ ਨਬੀ ਭਾਈ ਵਿਲੀਅਮ ਬ੍ਰੈਨਮ ਸੀਗਾ। ਬਾਈਬਲ ਦਾ ਕੋਡ, ਬਾਈਬਲ ਜਿਹੜੇ ਲੋਕ ਪੜ੍ਹਦੇ ਉਹਨਾਂ ਨੂੰ ਬਾਈਬਲ ਨਹੀਂ ਸਮਝ ਲੱਗਣੀ। ਬਾਈਬਲ ਦਾ ਕੋਡ ਭਾਈ ਵਿਲੀਅਮ ਮੈਰੀਅਨ ਬ੍ਰੈਨਮ ਆ। ਜੇ ਭਾਈ ਵਿਲੀਅਮ ਮੈਰੀਅਨ ਬ੍ਰੈਨਮ ਬਾਰੇ ਨਹੀਂ ਪਤਾ ਤੇ ਬਾਈਬਲ ਨੂੰ ਸਮਝਣ ਬਾਰੇ ਵੀ ਫਿਰ ਭੁੱਲ ਜਾਓ, ਕਦੇ ਕੁਝ ਸਾਨੂੰ ਸਮਝ ਨਹੀਂ ਲੱਗਣੀ। ਪੜ੍ਹੀ ਜਾਓ ਬਾਈਬਲ, ਸਿੱਧੀ ਬਾਈਬਲ ਪੜ੍ਹੀ ਜਾਓ, ਕੁਝ ਪੱਲੇ ਨਹੀਂ ਪੈਣਾ। ਇਸ ਕਰਕੇ ਆਪਣੇ ਆਪ ਨੂੰ ਖੁਦਾ ਦੇ ਅੱਗੇ ਹਲੀਮ ਕਰੋ ਤੇ ਬਾਈਬਲ ਨੂੰ ਪੜ੍ਹੋ ਤੇ ਸਮਝੋ, ਤਾਂ ਕਿ ਤੁਹਾਨੂੰ ਪਤਾ ਲੱਗੇ, ਜਿੰਨੇ ਇਸ ਪ੍ਰਚਾਰ ਨੂੰ ਸੁਣ ਰਹੇ ਆ, ਵੀ ਯੀਸ਼ੂ ਮਸੀਹ ਕੌਣ ਸੀਗਾ, ਕੀ ਚਾਹੁੰਦਾ ਸੀ, ਧਰਤੀ ਤੇ ਆਇਆ, ਕਿਉਂ ਧਰਤੀ ਤੇ ਆਇਆ, ਕਿਉਂ ਧਰਤੀ ਤੇ ਨੂੰ ਆਣਾ ਪੈ ਗਿਆ। ਫਿਰ ਤੁਹਾਨੂੰ ਸਮਝ ਲੱਗਣੀ ਜੇ ਬਾਈਬਲ ਸਹੀ ਤਰੀਕੇ ਨਾਲ ਪੜ੍ਹੋਗੇ। ਪ੍ਰਭੂ ਯੀਸ਼ੂ ਮਸੀਹ ਤੁਹਾਨੂੰ ਸਾਰਿਆਂ ਨੂੰ ਬਰਕਤ ਦੇਵੇ। ਆਓ ਪ੍ਰਾਰਥਨਾ ਕਰਦੇ ਹਾਂ। ਹਾਲੇਲੂਇਆ, ਧੰਨਵਾਦ ਪਿਆਰੇ ਪ੍ਰਭੂ ਯੀਸ਼ੂ ਮਸੀਹ, ਸੱਚਮੁੱਚ ਮੇਰੇ ਮਹਾਨ ਪਿਤਾ, ਅੱਜ ਦਾ ਸੰਦੇਸ਼ ਖੁਦਾਵੰਦਾ ਤੇਰੇ ਪਵਿੱਤਰ ਆਤਮਾ ਦੁਆਰਾ ਸੀ ਪ੍ਰਭੂ ਯੀਸ਼ੂ ਮਸੀਹ, ਕਿਉਂਕਿ ਕੋਈ ਵੀ ਮਨੁੱਖ ਤੇਰੇ ਗੁਪਤ ਭੇਤਾਂ ਨੂੰ, ਤੇਰੇ ਵਚਨ ਦਾ ਅਨੁਵਾਦ ਨਹੀਂ ਕਰ ਸਕਦਾ। ਪ੍ਰਭੂ ਯੀਸ਼ੂ ਮਸੀਹ ਮੇਰੇ ਮਹਾਨ ਪਿਤਾ ਪ੍ਰਭੂ ਜੀ, ਮੈਂ ਤੇਰਾ ਬਹੁਤ ਧੰਨਵਾਦ ਕਰਦਾ, ਤੂੰ ਆਪਣੀ ਸੇਵਕਾਈ ਦੇ ਲਈ ਮੈਨੂੰ ਇਸਤੇਮਾਲ ਕਰ ਰਿਹਾ ਹੈ ਪ੍ਰਭੂ ਯੀਸ਼ੂ ਮਸੀਹ। ਖੁਦਾਵੰਦ ਪ੍ਰਭੂ ਜੀ, ਇਸ ਲਈ ਤੇਰਾ ਬਹੁਤ ਧੰਨਵਾਦ ਹੈ ਪ੍ਰਭੂ ਜੀ। ਜਿੰਨੇ ਵੀ ਲੋਕ ਇਸ ਸਥਾਨ 'ਚ ਬੈਠੇ ਹਨ ਪ੍ਰਭੂ ਜੀ, ਇਹਨਾਂ ਨੂੰ ਵੀ ਆਸ਼ੀਸ਼ ਔਰ ਬਰਕਤ ਦੇਣੀ ਹੈ। ਤੇਰੇ ਵਚਨ ਨੂੰ ਪੂਰੀ ਤਰ੍ਹਾਂ ਸਮਝਣ ਪ੍ਰਭੂ ਜੀ, ਤੇਰੇ ਮੰਨੇ ਨੂੰ ਖਾਣ, ਤਾਂ ਕਿ ਜੀਵਨ ਵਿੱਚ ਪ੍ਰਵੇਸ਼ ਕਰਨ ਖੁਦਾਵੰਦ, ਕਿਉਂਕਿ ਤੇਰਾ ਵਚਨ ਹੀ ਜੀਵਨ ਹੈ ਖੁਦਾਵੰਦ ਪ੍ਰਭੂ ਜੀ। ਹੋਰ ਕਿਸੇ ਵੀ ਚੀਜ਼ ਦੇ ਵਿੱਚ ਜੀਵਨ ਨਹੀਂ ਹੈ ਮੇਰੇ ਮਹਾਨ ਪਿਤਾ ਪ੍ਰਭੂ ਯੀਸ਼ੂ ਮਸੀਹ, ਸਿਰਫ ਤੇਰੇ ਵਚਨ ਦੇ ਵਿੱਚ ਜੀਵਨ ਹੈ ਖੁਦਾਵੰਦਾ। ਜਿਨ੍ਹਾਂ ਨੇ ਅੱਜ ਦਾ ਇਸ ਵਚਨ ਨੂੰ ਸੁਣਿਆ ਹੈ ਪ੍ਰਭੂ ਜੀ, ਉਹਨਾਂ ਨੂੰ ਆਸ਼ੀਸ਼ ਔਰ ਬਰਕਤ, ਸਮਝ ਔਰ ਬੁੱਧ ਦੇਣੀ ਹੈ ਖੁਦਾਵੰਦਾ। ਬਾਕੀ ਸਾਰਾ ਸਮਾਂ ਤੇਰੇ ਪਵਿੱਤਰ ਹੱਥਾਂ ਵਿੱਚ ਸੌਂਪਦੇ ਹਾਂ ਪ੍ਰਭੂ ਯੀਸ਼ੂ ਮਸੀਹ। ਸਾਰਾ ਆਦਰ ਜਲਾਲ ਮਹਿਮਾ ਤੇਰੇ ਨਾਮ ਦਿੰਦਾ ਹਾਂ ਖੁਦਾਵੰਦਾ। ਪ੍ਰਭੂ ਯੀਸ਼ੂ ਮਸੀਹ ਦਇਆ ਕਰ, ਕਿਰਪਾ ਕਰ ਪ੍ਰਭੂ ਯੀਸ਼ੂ ਮਸੀਹ, ਜਿੱਦ ਤੱਕ ਤੂੰ ਨਹੀਂ ਆਂਦਾ ਸੀ ਇਸੇ ਤਰ੍ਹਾਂ ਤੇਰੀ ਮਹਿਮਾ ਅਤੇ ਵਡਿਆਈ ਕਰਦੇ ਜਾਈਏ। ਤੇਰੇ ਪਿਆਰੇ ਮਿੱਠੇ ਜਲਾਲੀ ਨਾਮ ਪ੍ਰਭੂ ਯੀਸ਼ੂ ਮਸੀਹ ਦੇ ਵਿੱਚ ਮੰਗਦੇ ਹਾਂ, ਆਮੀਨ। ਹਾਲੇਲੂਇਆ।